ਲੇਖਕ ਬਲਵੰਤ ਗਾਰਗੀ ਦੀ ਸਵੈ ਜੀਵਨੀ ਨੰਗੀ ਧੁੱਪ ਭਾਗ 9। ਜਦੋਂ ਮੈਂ ਕੋਠੀ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਆਇਆ ਤਾਂ ਦੇਖਿਆ ਕਿ ਮੇਰਾ ਦੋਸਤ ਗਿਆਨ ਸਚਦੇਵ ਵੱਡੇ ਕਮਰੇ ਵਿੱਚ ਬੈਠਾ ਲਿਖ ਰਿਹਾ ਸੀ ਤੇ ਮੈਨੂੰ ਉਡੀਕ ਰਿਹਾ ਸੀ। ਗਿਆਨ ਪਿਛਲੇ 25 ਸਾਲਾਂ ਤੋਂ ਫਿਲਮੀ ਦੁਨੀਆ ਨਾਲ ਸੰਬੰਧਿਤ ਸੀ। ਉਸਨੇ ਅਸਿਸਟੈਂਟ ਡਾਇਰੈਕਟਰ ਤੋਂ ਡਾਇਰੈਕਟਰ ਬਣਨ ਤੀਕ ਦੇ ਸਾਰੇ ਪੜਾਅ ਤੈਅ ਕੀਤੇ ਹੋਏ ਸਨ। ਇੱਕ ਫਿਲਮ ਵੀ ਬਣਾਈ, ਕਰਜ਼ੇ, ਬੀਵੀ ਤੋਂ ਤਲਾਕ, ਘੋਰ ਪਰੇਸ਼ਾਨੀ, ਮੁਸੀਬਤਾਂ। ਪਰ ਉਹ ਫਿਲਮ ਦੀ ਦੁਨੀਆ ਵਿੱਚ ਡਟਿਆ ਰਿਹਾ ਤੇ ਹੌਲੀ-ਹੌਲੀ ਦੁਬਾਰਾ ਫਿਰ ਆਪਣੇ ਪੈਰਾਂ 'ਤੇ ਖੜ੍ਹਾ ਹੋ ਗਿਆ। ਫਿਰ ਕਈ ਫਿਲਮਾਂ ਦਾ ਪ੍ਰੋਡਕਸ਼ਨ ਕੰਟਰੋਲਰ, ਕਈ ਨਿੱਕੇ-ਮੋਟੇ ਫਿਲਮ ਪ੍ਰੋਡਿਊਸਰਾਂ ਦਾ ਹਮਦਰਦ ਦੋਸਤ ਤੇ ਜੱਦੋ-ਜਹਿਦ ਕਰਨ ਵਾਲਾ ਐਕਟਰਾਂ ਦਾ ਮਦਦਗਾਰ। ਗਿਆਨ ਨੇ ਮੈਨੂੰ ਦੱਸਿਆ ਕਿ ਚੰਡੀਗੜ੍ਹ ਤੋਂ ਰਾਜੀ ਦਾ 3 ਵਾਰ ਟੈਲੀਫੋਨ ਆ ਚੁੱਕਿਆ ਸੀ। ਉਹ ਮੈਨੂੰ ਲੱਭ ਰਹੀ ਸੀ ਤੇ ਯਾਦ ਕਰ ਰਹੀ ਸੀ। ਟੈਲੀਫੋਨ ਦੀਆਂ ਲੰਮੀਆਂ ਪੇਚਦਾਰ ਸੰਵੇਦਨਸ਼ੀਲ ਤਾਰਾਂ ਰਾਹੀਂ ਉਹ ਮੈਨੂੰ ਟੋਲ ਰਹੀ ਸੀ। ਮੈਂ ਉਸਨੂੰ ਟੈਲੀਫੋਨ ਕੀਤਾ ਤਾਂ ਉਹ ਹੰਝੂਆਂ ਵਿੱਚ ਡੁੱਬੀ ਆਵਾਜ਼ ਵਿੱਚ ਬੋਲੀ ਕਿ ਉਹ ਇਕੱਲੀ ਸੀ। ਚੰਡੀਗੜ੍ਹ ਉਸਨੂੰ ਖਾਣ ਆਉਂਦਾ ਸੀ। ਉਹ ਘਰ ਦੇ ਕੰਮ ਕਾਜਾਂ ਤੋਂ ਥੱਕ ਗਈ ਸੀ। ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਸਿਨੇਮਾ ਦੇਖਣ ਗਈ ਤੇ ਹੁਣੇ ਮੁੜੀ ਸੀ। ਉਹ ਮੈਨੂੰ ਮਿਲਣ ਲਈ ਬੰਬਈ ਆਉਣਾ ਚਾਹੁੰਦੀ ਸੀ। ਉਸ ਨੂੰ 100 ਪ੍ਰਕਾਰ ਦੇ ਝੰਜਟ ਸਨ, ਪਰ ਉਹ ਮੈਨੂੰ ਦੇਖਣ ਲਈ ਤਰਸ ਰਹੀ ਸੀ। ਆਖਰ ਉਸਨੇ ਰੁਪਏ ਦਾ ਪ੍ਰਬੰਧ ਕੀਤਾ ਤੇ ਸਭ ਕੁਝ ਪਿੱਛੇ ਛੱਡ ਕੇ ਮੇਰੇ ਕੋਲ ਬੰਬਈ ਆ ਗਈ। ਗਿਆਨ ਸਚਦੇਵ ਨੇ ਮੇਰੇ ਤੇ ਰਾਜੀ ਦੀ ਇੱਜ਼ਤ ਵਿੱਚ ਇੱਕ ਪਾਰਟੀ ਕੀਤੀ। 30 ਜਣੇ ਇਸ ਪਾਰਟੀ ਵਿੱਚ ਸਨ। ਸਭ ਲੋਕ ਸ਼ਰਾਬ ਪੀ ਰਹੇ ਸਨ। 2 ਨਵੀਆਂ ਐਕਟਰੈਸਾਂ ਸ਼ੋਅ ਮੇਕਅਪ ਕਰੀ ਤੇ ਝੁਮਕੇ ਪਾਈ ਇੱਕ ਗੰਜੇ ਪੰਜਾਬੀ ਪ੍ਰੋਡਿਊਸਰ ਨੂੰ ਖੁਸ਼ ਕਰਨ ਵਿੱਚ ਕੋਸ਼ਿਸ਼ ਕਰ ਰਹੀਆਂ ਸਨ ਤੇ ਹੱਸ ਰਹੀਆਂ ਸਨ। ਇੱਕ ਕਾਲਾ ਸ਼ਾਹ ਪ੍ਰੋਡਿਊਸਰ ਜਿਸ ਦੀਆਂ ਅੱਖਾਂ ਡੱਡੂ ਵਾਂਗ ਸਨ ਤੇ ਜੋ 25 ਲੱਖ ਰੁਪਏ ਇੱਕ ਅਧੂਰੀ ਫਿਲਮ ਵਿੱਚ ਫੂਕ ਰਿਹਾ ਸੀ, ਹਰ ਕੁੜੀ ਨੂੰ ਹੀਰੋਇਨ ਦਾ ਪਾਰਟ ਪੇਸ਼ ਕਰ ਰਿਹਾ ਸੀ। ਇੱਕ ਮੁਸਲਮਾਨ ਗਲੀਚੇ ਵੇਚਣ ਵਾਲਾ ਨੌਜਵਾਨ ਸੌਦਾਗਰ ਤੇ ਉਸਦੀ ਖੁਸ਼ ਮਿਜਾਜ਼ ਬੀਵੀ। ਇੱਕ ਬੰਗਾਲਣ ਜੋ ਪਲੇਬੈਕ ਸਿੰਗਰ ਬਣਨ ਲਈ ਬੰਬਈ ਆਈ ਸੀ ਤੇ ਉਸਦਾ ਮੋਟਾ ਮਾਰਵਾੜੀ ਆਸ਼ਕ। ਇੱਕ ਸੱਟਾ ਕੰਪਨੀ ਦਾ ਦਲਾਲ। ਬੰਗਲੌਰ ਦੀਆਂ 2 ਡਾਂਸਰਾਂ, ਰੀਨਾ ਰਾਏ ਦਾ ਗੁਜਰਾਤੀ ਸੈਕਟਰੀ ਤੇ ਐਕਟਰ ਪ੍ਰਾਣ ਦਾ ਇੱਕ ਚਮਚਾ। ਸਾਰੇ ਜਣੇ ਖੁਸ਼ੀ ਵਿੱਚ ਰੰਗੇ ਹੋਏ ਸਨ। ਯਕਦਮ ਜਾਵੇਦ ਦਾਖਲ ਹੋਇਆ ਤੇ ਸਾਰਿਆਂ ਨੇ ਉੱਚੇ ਸੁਰਾਂ ਵਿੱਚ ਉਸਦਾ ਸਵਾਗਤ ਕੀਤਾ। ਤੀਵੀਆਂ ਨੱਸ ਕੇ ਉਸਨੂੰ ਗਲੇ ਮਿਲੀਆਂ। ਉਸਨੇ ਸਭ ਨੂੰ ਛੇਤੀ-ਛੇਤੀ ਸੀਨੇ ਨਾਲ ਲਾਇਆ ਤੇ ਫਿਰ ਇੱਕ ਤਰੋ-ਤਾਜ਼ਾ ਤੀਵੀ ਜਿਸ ਨੂੰ ਉਹ ਭੈਣ ਆਖਦਾ ਸੀ ਦੇ ਬੁੱਲ੍ਹਾਂ ਉੱਤੇ ਚੁੰਮੀ ਜੜ ਦਿੱਤੀ। ਉਸ ਤੀਵੀ ਨੇ ਘੂਰੀ ਵੱਟੀ ਤੇ ਉਸਨੂੰ ਪੂਰਾ ਕੀਤਾ ਤੇ ਆਖਿਆ, ਸ਼ਰਮ ਨਹੀਂ ਆਉਂਦੀ? ਜਾਵੇਦ ਨੇ ਉਸਨੂੰ ਫਿਰ ਘੁੱਟ ਕੇ ਫੜ ਲਿਆ ਤੇ ਉਸਦੇ ਕੰਨ ਵਿੱਚ ਆਖਿਆ, ਜਿਸ ਨੂੰ ਭੈਣ ਆਖਾਂ ਉਸ ਉੱਤੇ ਮੇਰਾ ਹੱਕ ਹੈ। ਮੈਂ ਚਾਹਾਂ ਉਸੇ ਨੂੰ ਜੱਫੀ ਪਾਵਾਂ, ਚਾਹੇ ਚੁੰਮੀ ਲਵਾਂ, ਚਾਹੇ ਉਸਨੂੰ ਫੜ ਕੇ ਚੰਡਾਂ। ਜਾਵੇਦ ਫਿਲਮੀ ਦੁਨੀਆ ਦਾ ਲਾਡਲਾ ਸੀ। ਉਹ ਸਾਂਵਲੇ ਰੰਗ ਦਾ ਸੋਹਣਾ ਜਵਾਨ ਸੀ, ਲਚਕੀਲਾ ਅਤੇ ਫੁਰਤੀਲਾ। ਪਾਰਟੀਆਂ ਵਿੱਚ ਉਹ ਚਮਕਦਾ ਸੀ। ਉਸਦੀਆਂ ਫਿਲਮਾਂ ਸ਼ੋਲੇ ਤੇ ਦੀਵਾਰ ਸੁਪਰਹਿੱਟ ਹੋਈਆਂ ਸਨ ਤੇ ਉਹ ਮੂੰਹ ਮੰਗੇ ਪੈਸੇ ਲੈਂਦਾ ਸੀ। ਲੱਖਾਂ ਰੁਪਏ ਇੱਕ ਕਹਾਣੀ ਤੇ ਡਾਇਲਾਗ ਦੇ। ਪ੍ਰੋਡਿਊਸਰ ਤੇ ਡਾਇਰੈਕਟਰ ਉਸਦੇ ਤਰਲੇ ਕਰਦੇ ਕਿ ਕਹਾਣੀ ਛੇਤੀ ਦੇਵੇ। ਹੀਰੋਇਨਾਂ ਕੋਸ਼ਿਸ਼ ਕਰਦੀਆਂ ਕਿ ਉਹਨਾਂ ਦੇ ਪਾਰਟ ਵਿੱਚ 2-4 ਸੋਹਣੇ ਫਿਕਰੇ ਹੋਰ ਪਾ ਦੇਵੇ। ਉਹ ਚਾਹੁੰਦਾ ਤਾਂ ਕਿਸੇ ਕੁੜੀ ਨੂੰ ਫਿਲਮੀ ਦੁਨੀਆ ਵਿੱਚ ਬਤੌਰ ਹੀਰੋਇਨ ਚੜ੍ਹਾ ਸਕਦਾ ਸੀ। ਉਹ ਕਈ ਵਾਰ ਸ਼ੇਖੀ ਮਾਰ ਕੇ ਆਖਦਾ, ਅਮਿਤਾਭ ਬੱਚਨ ਨੂੰ ਸਟਾਰ ਬਣਾਉਣ ਵਾਲਾ ਮੈਂ ਹਾਂ। ਉਹ ਉਹੀ ਫਿਕਰੇ ਬੋਲਦਾ ਜੋ ਮੈਂ ਲਿਖਦਾ ਹਾਂ। ਮੇਰੇ ਫਿਕਰੇ ਗੂੰਜਦੇ ਨੇ ਲੋਕਾਂ ਦੇ ਕੰਨਾਂ ਵਿੱਚ। ਹੁਣ ਜਦੋਂ ਉਹ ਦਾਖਲ ਹੋਇਆ ਤਾਂ ਪਹਿਲਾਂ ਤੋਂ ਘੋੜੇ 'ਤੇ ਸਵਾਰ ਸੀ। ਉਸਨੇ ਆਉਣ ਸਾਰ ਹੀ 2-3 ਪੈਗ ਹੋਰ ਚਾੜੇ ਤੇ ਲੋਕਾਂ ਨੂੰ ਜੱਫੀਆਂ ਪਾਉਂਦਾ ਹੱਸਦਾ ਅਤੇ ਫਿਲਮੀ ਸਟਾਰਾਂ ਦੇ ਚੁਟਕਲੇ ਸੁਣਾਉਂਦਾ ਘੁੰਮ ਰਿਹਾ ਸੀ। ਸਾਰੇ ਲੋਕ ਉਸ ਦੀਆਂ ਗੱਲਾਂ ਸੁਣ ਕੇ ਹੱਸ ਰਹੇ ਸਨ। ਰਾਜੀ ਨੂੰ ਉਸਦੀ ਚੁਸਤ ਫਿਕਰੇਬਾਜ਼ੀ ਚੰਗੀ ਲੱਗੀ। ਉਸਨੇ ਜਾਵੇਦ ਬਾਰੇ ਫਿਲਮੀ ਰਸਾਲਿਆਂ ਵਿੱਚ ਬਹੁਤ ਕੁਝ ਪੜ੍ਹਿਆ ਸੀ ਅਤੇ ਉਸਦੇ ਕਿੱਸੇ ਸੁਣੇ ਸਨ। ਹੁਣ ਉਹ ਸਾਖਸ਼ਾਤ ਸਾਹਮਣੇ ਸੀ। ਬੰਗਲੌਰ ਦੀਆਂ ਦੋਵੇਂ ਡਾਂਸਰਾਂ ਅੱਖਾਂ ਮਟਕਾ ਕੇ ਫਿਲਮੀ ਝਟਕੇ ਮਾਰ ਨੱਚ ਰਹੀਆਂ ਸਨ। ਦੋਵੇਂ ਭੈਣਾਂ ਸਨ। ਵੱਡੀ ਨੇ ਕਿਸੇ ਫਿਲਮ ਵਿੱਚ ਨਿੱਕਾ ਜਿਹਾ ਪਾਰਟ ਕੀਤਾ ਸੀ ਤੇ ਉਸਦਾ ਟੱਬਰ ਉਸਨੂੰ ਫਿਲਮ ਸਟਾਰ ਦੇ ਰੂਪ ਵਿੱਚ ਪੇਸ਼ ਕਰਦਾ ਸੀ। ਜਾਵੇਦ ਨੂੰ ਉਹਨਾਂ ਦੋਵਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਹ ਰਾਜੀ ਕੋਲ ਗਿਆ ਤੇ ਉਸਨੂੰ ਸ਼ਰਾਬ ਦਾ ਗਲਾਸ ਪੇਸ਼ ਕੀਤਾ। ਉਸਨੇ ਸਿਰ ਹਿਲਾ ਕੇ ਆਖਿਆ, ਨਹੀਂ, ਮੁਆਫ਼ ਕਰਨਾ, ਮੈਂ ਨਹੀਂ ਪੀਂਦੀ। ਜਾਵੇਦ ਬੋਲਿਆ, ਸ਼ਰਾਬ ਨਹੀਂ ਪੀਂਦੀ? ਫਿਰ ਐਕਟਰਸ ਕਿਵੇਂ ਬਣੇਗੀ? ਇਸ ਕਰਪਟ ਇੰਡਸਟਰੀ ਵਿੱਚ ਹਰ ਕੋਈ ਪੀਂਦਾ ਹੈ, ਹਰ ਔਰਤ ਪੀਂਦੀ। ਤੂੰ ਇੱਕ ਸਾਊ ਕੁੜੀ ਜਾਪਦੀ ਹੈ। ਤੈਨੂੰ ਫਿਲਮ ਲਾਈਨ ਵਿੱਚ ਨਹੀਂ ਆਉਣਾ ਚਾਹੀਦਾ। ਇੱਕ ਔਰਤ ਜਾਵੇਦ ਨੂੰ ਖਿੱਚ ਕੇ ਲੈ ਗਈ ਤੇ ਉਸਨੂੰ ਆਖਿਆ ਕਿ ਉਹ ਹੋਰ ਨਾ ਪੀਵੇ। ਖਾਣਾ ਠੰਡਾ ਹੋ ਰਿਹਾ ਸੀ। ਹਰ ਕੋਈ ਉਡੀਕ ਰਿਹਾ ਸੀ ਕਿ ਉਹ ਖਾਣਾ ਸ਼ੁਰੂ ਕਰੇ। ਜਾਵੇਦ ਗਰਜਿਆ, ਮੇਰੀ ਫਿਕਰ ਨਾ ਕਰੋ। ਮੈਂ 20 ਪੈਗ ਵੀ ਪੀ ਜਾਵਾਂ ਤਾਂ ਵੀ ਮਜਾਲ ਹੈ ਕਿ ਪੈਰ ਥਿੜਕ ਜਾਣ। ਦਮ ਰੱਖਦੇ ਆਂ ਬਿੱਲੋ। ਉਸਦੀਆਂ ਅੱਖਾਂ ਵਿੱਚ ਲਾਲ ਡੋਰੇ ਲਿਸ਼ਕ ਰਹੇ ਸਨ। ਉਹ ਫਿਰ ਗਰਜਿਆ, ਇਸੇ ਮੁੰਬਈ ਵਿੱਚ ਮੈਂ ਭੁੱਖਾ ਮਾਰਿਆ ਤੇ ਕਿਸੇ ਸਾਲੇ ਨੇ ਮੈਨੂੰ ਦਵਾਨੀ ਨਹੀਂ ਸੀ ਦਿੱਤੀ।
ਕਿਸੇ ਨੇ ਰੋਟੀ ਨਹੀਂ ਸੀ ਪੁੱਛੀ, ਨਾ ਸ਼ਰਾਬ ਦਾ ਇੱਕ ਘੁੱਟ। ਹੁਣ ਸਾਰੇ ਮੇਰੀਆਂ ਮਿੰਨਤਾਂ ਕਰਦੇ ਨੇ ਤੇ ਮੈਂ ਉਹਨਾਂ ਦੇ ਘਰ ਪੈਰ ਪਾਵਾਂ। ਕਿਉਂ? ਇਸ ਲਈ ਕਿ ਮੈਂ ਹੁਣ ਫਿਲਮ ਸਟਾਰਾਂ ਦਾ ਬਾਪ ਹਾਂ। ਜਰਾ ਸੋਚੋ ਕਿ ਮੈਂ ਇੱਕ ਗਰੀਬ ਸ਼ਾਇਰ ਦਾ ਪੁੱਤਰ, ਜਿਸ ਨੂੰ ਉਸਦੇ ਬਾਪ ਨੇ ਘਰੋਂ ਕੱਢ ਦਿੱਤਾ ਤੇ ਦੂਜੀ ਸ਼ਾਦੀ ਕਰ ਲਈ, ਇੱਕ ਯਤੀਮ ਜੋ ਦੂਜੇ ਸ਼ਾਇਰਾਂ ਦੇ ਘਰੋਂ ਅਦਬੀ ਟੁਕੜਿਆਂ 'ਤੇ ਪਲਿਆ, ਜੋ ਭੁੰਜੇ ਤੱਪੜ 'ਤੇ ਸੌਂਦਾ ਰਿਹਾ, ਹੁਣ ਸੁਪਰਸਟਾਰ ਬਣ ਗਿਆ। ਇੱਕ ਰਾਈਟਰ ਜੋ ਵਿਕਦਾ ਹੈ। ਮੇਰੀ ਫੀਸ 10 ਲੱਖ। ਮੈਨੂੰ ਯਕੀਨ ਨਹੀਂ ਆਉਂਦਾ। ਮੈਂ ਤੁਹਾਨੂੰ ਸਾਰਿਆਂ ਨੂੰ ਖਰੀਦ ਸਕਦਾ ਹਾਂ। ਮੈਨੂੰ ਰੋਟੀ ਖਾਣ ਲਈ ਨਾ ਆਖੋ। ਮੈਂ ਨਹੀਂ ਖਾਣੀ ਰੋਟੀ। ਚੱਕ ਲਓ ਰੋਟੀ ਨੂੰ, ਲੈ ਜਾਓ ਮੇਰੀਆਂ ਅੱਖਾਂ ਤੋਂ ਪਰਾਂ ਇਸ ਕੁੱਤੀ ਰੋਟੀ ਨੂੰ, ਹਰਾਮਜ਼ਾਦੀ ਰੰਡੀ ਨੂੰ। ਮੈਂ ਠੋਕਰ ਮਾਰਦਾ ਇਸ ਨੂੰ। ਮੈਂ ਪੁੱਛਦਾ ਇਸ ਨੂੰ, ਦੱਸ ਨੀ ਕੰਜਰ ਦੀਏ, ਉਸ ਵੇਲੇ ਕਿੱਥੇ ਸਾਂ ਜਦੋਂ ਮੈਂ ਭੁੱਖਾ ਮਰਦਾ ਸੀ, ਜਦੋਂ ਮੈਂ ਸੜਕਾਂ 'ਤੇ ਇੱਕ ਬੁਰਕੀ ਨੂੰ ਤਰਸਦਾ ਸੀ? ਉਦੋਂ ਕਿਉਂ ਨਹੀਂ ਆਈ ਮੇਰੇ ਕੋਲ? ਤੇ ਫਿਰ ਹੁਣ ਮੈਂ ਤੇਰੇ ਕੋਲ ਕਿਉਂ ਆਵਾਂ? ਤੂੰ ਮੈਨੂੰ ਉਸ ਵੇਲੇ ਠੋਕਰ ਮਾਰੀ, ਹੁਣ ਮੈਂ ਤੈਨੂੰ ਠੋਕਰ ਮਾਰਦਾ ਹਾਂ। ਦੱਲੀਏ, ਦੂਰ ਆ ਜਾ ਮੇਰੀਆਂ ਅੱਖਾਂ ਤੋਂ। ਉਸਨੇ ਕਬਾਬ ਤੇ ਬਰਿਆਨੀ ਦੀ ਭਰੀ ਪਲੇਟ ਨੂੰ ਠੋਕਰ ਮਾਰੀ ਤੇ ਪਲੇਟ ਸੰਗਮਰਮਰ ਦੇ ਫਰਸ਼ ਉੱਤੇ ਤਿਲਕਦੀ ਬਰਿਆਨੀ ਖਿਡਾਉਂਦੀ ਕੰਧ ਵਿੱਚ ਜਾ ਵੱਜੀ ਤੇ ਉਸਦੇ ਟੁਕੜੇ ਖਿਲਰ ਗਏ। ਉਹ ਮੇਰੇ ਵਾਲੇ ਖੂੰਜੇ ਵੱਲ ਝਾਕਿਆ ਤੇ ਆਖਣ ਲੱਗਾ, ਆਹਾ ਬਲਵੰਤ ਗਾਰਗੀ, ਬੜੀ ਖੁਸ਼ੀ ਹੋਈ ਤੈਨੂੰ ਮਿਲ ਕੇ। ਗਾਰਗੀ, ਜਿਸ ਨੂੰ ਮੈਂ ਕਿਤਾਬਾਂ ਵਿੱਚ ਪੜ੍ਹਿਆ ਹੈ, ਜਿਸ ਬਾਰੇ ਮੇਰੇ ਅੱਬਾ ਨੇ ਬਚਪਨ ਤੋਂ ਮੈਨੂੰ ਕਹਾਣੀਆਂ ਸੁਣਾਈਆਂ, ਮੇਰੇ ਖ਼ਵਾਬਾਂ ਦਾ ਰਾਜਾ। ਯਕੀਨ ਨਹੀਂ ਆਉਂਦਾ ਕਿ ਮੇਰੇ ਸਾਹਮਣੇ ਬੈਠਾ ਹੈ ਇੰਨਾ ਵੱਡਾ ਲੇਖਕ, ਇਸ ਜ਼ਮਾਨੇ ਦਾ ਸਭ ਤੋਂ ਵੱਡਾ ਨਾਟਕਕਾਰ, ਮੇਰਾ ਸੁਪਰਸਟਾਰ, ਮੇਰਾ ਦਲੀਪ ਕੁਮਾਰ। ਕਿੰਨਾ ਖੁਸ਼ਕਿਸਮਤ ਹਾਂ ਮੈਂ ਕਿ ਮੈਂ ਤੇਰੇ ਨਾਲ ਹੱਥ ਮਿਲਾ ਰਿਹਾ ਹਾਂ। ਉਸ ਦੀ ਬਕਵਾਸ ਦਾ ਮੈਂ ਕੋਈ ਜਵਾਬ ਨਾ ਦਿੱਤਾ। ਉਹ ਫਿਰ ਰਾਜੀ ਵੱਲ ਮੁੜਿਆ। ਤੂੰ ਕਿਉਂ ਚੁੱਪ ਬੈਠੀ ਹੈ? ਡਰਦੀ ਹੈ ਗਾਰਗੀ ਤੋਂ? ਉਹ ਗੁੱਸੇ ਹੋਵੇਗਾ ਜੇ ਤੂੰ ਫਿਲਮ ਲਾਈਨ ਵਿੱਚ ਆਈ। ਕਿ ਉਹ ਜਲਦੇ ਲੋਕਾਂ ਤੋਂ? ਮੈਂ ਤੈਨੂੰ ਦੱਸ ਦੇਵਾਂ ਕਿ ਤੂੰ ਗਲੈਮਰ ਕੁੜੀ ਹੈ। ਸਾਡੀਆਂ ਕਈ ਫਿਲਮ ਸਟਾਰਾਂ ਤੈਨੂੰ ਦੇਖਣ ਲਈ ਝੁੜਾਂ ਲੱਗਦੀਆਂ ਨੇ, ਨਾ ਮੂੰਹ ਨਾ ਮੱਥਾ, ਜਿੰਨ ਭਾੜੋ ਲੱਥਾ। ਪਰ ਤੂੰ ਸੋਹਣੀ ਹੈ। ਜੇ ਤੂੰ ਆਖੇ ਤਾਂ ਮੈਂ ਤੈਨੂੰ ਵੱਡੇ ਫਿਲਮ ਪ੍ਰੋਡਿਊਸਰ ਨਾਲ ਮਿਲਾ ਸਕਦਾ ਹੈ, ਕੋਈ ਪ੍ਰੋਬਲਮ ਨਹੀਂ। ਮੇਰੀ ਨਵੀਂ ਕਹਾਣੀ ਵਿੱਚ ਤੈਨੂੰ ਹੀਰੋਇਨ ਵਿੱਚ ਦੇ ਰੋਲ ਲਈ ਹਨ। ਮੇਰੀ ਨਵੀਂ ਕਹਾਣੀ ਵਿੱਚ 3 ਹੀਰੋਇਨਾਂ ਲਈ ਰੋਲ ਹਨ। ਇਹ ਸ਼ਬਦ ਕੁੰਡੀ ਹਰ ਨਵੀਂ ਕੁੜੀ ਨੂੰ ਫਸਾਉਣ ਲਈ ਵਰਤਦਾ। ਅਜਮਾਈ ਹੋਈ ਤੇ ਕਾਮਯਾਬ ਕੁੰਡੀ। ਕਈ ਨਵੀਆਂ ਐਕਟਰੈਸਾਂ ਉਸ ਨੂੰ ਮਿਲਣ ਲਈ ਲੋਚਦੀਆਂ। ਜੇ ਉਸ ਨੂੰ ਕਿਸੇ ਵਿੱਚ ਦਿਲਚਸਪੀ ਹੋ ਜਾਂਦੀ ਤਾਂ ਉਹ ਉਸ ਦੇ ਹੁਸਨ ਦੀ ਤਾਰੀਫ ਵਿੱਚ ਜ਼ਮੀਨ ਅਸਮਾਨ ਦੇ ਕੁਲਾਬੇ ਮਿਲਾ ਦਿੰਦਾ ਤੇ ਉਸ ਉੱਤੇ ਕੋਈ ਨਾ ਕੋਈ ਰੋਲ ਫਿੱਟ ਕਰ ਦਿੰਦਾ। ਫਿਰ ਉਹ ਕਿਸੇ ਡਾਇਰੈਕਟਰ ਜਾਂ ਪ੍ਰੋਡਿਊਸਰ ਨਾਲ ਵੀ ਮਿਲਾ ਦਿੰਦਾ। ਐਕਟਰਸਾਂ ਦਾ ਸਕਰੀਨ ਟੈਸਟ ਹੁੰਦਾ। ਇਸ ਟੈਸਟ ਪਿੱਛੋਂ ਜਦੋਂ ਐਕਟਰਸ ਨੂੰ ਹੀਰੋਇਨ ਦਾ ਰੋਲ ਨਾ ਮਿਲਦਾ ਤਾਂ ਜਾਵੇਦ ਡਾਇਰੈਕਟਰ ਨੂੰ ਦੋਸ਼ ਦਿੰਦਾ ਤੇ ਡਾਇਰੈਕਟਰ ਪ੍ਰੋਡਿਊਸਰ ਨੂੰ। ਨਵੀਂ ਹੀਰੋਇਨ ਉਹਨਾਂ ਤਿੰਨਾਂ ਦੀਆਂ ਗੱਲਾਂ 'ਤੇ ਯਕੀਨ ਕਰਦੀ ਤਾਂ ਕਿ ਅਗਲੀ ਫਿਲਮ ਵਿੱਚ ਰੋਲ ਮਿਲਣ ਦਾ ਚਾਂਸ ਰਹੇ। ਫਿਲਮੀ ਦੁਨੀਆ ਵਿੱਚ ਬਹੁਤ ਘੱਟ ਅਜਿਹੀਆਂ ਕੁੜੀਆਂ ਹੋਣਗੀਆਂ ਜੋ ਬਿਸਤਰਬਾਜ਼ੀ ਦੇ ਸਹਾਰੇ ਸਟਾਰ ਬਣੀਆਂ ਹੋਣ। ਪਰ ਸ਼ੋਹਰਤ ਅਤੇ ਅਸਮਾਨ 'ਤੇ ਪਹੁੰਚਣ ਲਈ ਕੀ ਇਹ ਬਹੁਤ ਵੱਡਾ ਮੁੱਲ ਹੈ? ਆਪਣੀ ਤਸਵੀਰ ਨੂੰ ਮੋਮੀ ਅਖਬਾਰਾਂ ਤੇ ਰਸਾਲਿਆਂ ਵਿੱਚ ਦੇਖਣ ਦਾ ਨਸ਼ਾ। ਉਸ ਆਨੰਦ ਦਾ ਅੰਦਾਜ਼ਾ ਲਾਓ ਕਿ ਕਰੋੜਾਂ ਦਰਸ਼ਕ ਸਕਰੀਨ ਉੱਤੇ ਤੁਹਾਡਾ ਕਲੋਜ਼-ਅਪ ਦੇਖ ਰਹੇ ਹਨ। ਸਟਾਰ ਦੀ ਸ਼ੋਹਰਤ ਦਾ ਖ਼ੁਆਬ, ਸਿਰ ਫੇਰ ਦੇਣ ਵਾਲੀ ਸ਼ਰਾਬ। ਦੁਨੀਆ ਦੇ ਕਲਾਤਮਿਕ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਤੁਰਤ ਕੇ ਪਾਗਲ ਕਰ ਦੇਣ ਵਾਲੀ ਸ਼ੋਹਰਤ ਦੀ ਮਿਸਾਲ ਨਹੀਂ ਮਿਲਦੀ। ਕਿਸੇ ਮਲਿਕਾ ਨੂੰ ਇਹ ਪਿਆਰ ਨਸੀਬ ਨਹੀਂ। ਕਿਸੇ ਹੋਰ ਹਸਤੀ ਲਈ ਲੋਕ ਇਤਨੇ ਦੀਵਾਨੇ ਨਹੀਂ ਜਿਤਨੇ ਇੱਕ ਫਿਲਮ ਸਟਾਰ ਦੇ। ਉਸ ਦੀ ਇੱਕ ਝਲਕ ਲਈ ਘੰਟਿਆਂ ਬੱਧੀ ਖੜੇ ਰਹਿੰਦੇ ਨੇ। ਯਕੀਨ ਨਹੀਂ ਆਉਂਦਾ ਕਿ ਇਸ ਕਲਾ ਵਿੱਚ ਇਤਨਾ ਜਾਦੂ ਹੈ, ਇਤਨੀ ਖਿੱਚ। ਇਸ ਵਿੱਚ ਕਾਮਯਾਬੀ ਪਾਪ ਪੁੰਨ ਤੋਂ ਰਹਿਤ ਹੈ। ਸਵਾਲ ਸਿਰਫ ਇਹ ਹੁੰਦਾ ਹੈ ਕਿ ਸਿਖਰ ਦੇ ਟੰਬੇ ਉੱਤੇ ਕਿਵੇਂ ਪਹੁੰਚੀਏ, ਕਿਸ ਤਰ੍ਹਾਂ ਆਕਾਸ਼ ਨੂੰ ਛੂਹੀਏ। ਇੱਕ ਵਾਰੀ ਉੱਥੇ ਪਹੁੰਚ ਜਾਈਏ, ਫਿਰ ਕੌਣ ਪੁੱਛਦਾ ਹੈ ਕਿ ਕੁੜੀ ਕਿਸ ਮਰਦ ਨਾਲ ਸੁੱਤੀ ਜਾਂ 10 ਨਾਲ। ਉਸ ਵੇਲੇ ਤਾਂ ਉਹ ਸਟਾਰ ਹੈ ਤੇ ਲੱਖਾਂ ਨੂੰ ਠੁੱਡਾ ਮਾਰ ਸਕਦੀ ਹੈ ਤੇ ਉਸ ਦੇ ਹਰ ਐਕਸ਼ਨ ਨੂੰ ਫਿਲਮੀ ਰਸਾਲੇ ਵਿੱਚ ਚਮਕਾ ਕੇ ਪੇਸ਼ ਕੀਤਾ ਜਾਂਦਾ ਹੈ। ਅਜਿਹੇ ਦਿਨਾਂ ਦੀ ਜੱਦੋ-ਜਹਿਦ ਨੂੰ ਸੁਨਹਿਰੀ ਜਾਮਾ ਪਹਿਨਾਇਆ ਜਾਂਦਾ ਹੈ। ਲੋਕ ਇਹੋ ਜਾਣਦੇ ਨੇ ਕਿ ਇਹ ਇੱਕ ਵੱਡੀ ਸਟਾਰ ਹੈ। ਮੈਨੂੰ ਫਿਲਮ ਸੰਸਾਰ ਦਾ ਡੂੰਘਾ ਗਿਆਨ ਇਸ ਲਈ ਵੀ ਹੈ ਕਿ ਮੇਰੇ ਬਹੁਤ ਸਾਰੇ ਦੋਸਤ ਫਿਲਮ ਵਿੱਚੋਂ ਹਨ। ਮੇਰੇ ਇਹ ਦੋਸਤ ਲਾਹੌਰ ਪਿੱਛੋਂ ਬੰਬਈ ਫਿਲਮਾਂ ਵਿੱਚ ਚਲੇ ਗਏ ਸਨ। ਮੈਂ ਮਾਤ ਭਾਸ਼ਾ ਦੇ ਮੋਹ ਵਿੱਚ ਜਕੜਿਆ ਪੰਜਾਬੀ ਨਾਟਕ ਅਤੇ ਕਹਾਣੀਆਂ ਲਿਖਦਾ ਤੇ ਥੀਏਟਰ ਵਿੱਚ ਕੰਮ ਕਰਦਾ ਹੋਇਆ ਦਿੱਲੀ ਰਿਹਾ। ਮੈਨੂੰ ਇਸ ਬਾਰੇ ਫਿਲਮੀ ਸੰਸਾਰ ਨਾਲ ਨਫ਼ਰਤ ਜਿਹੀ ਸੀ ਤੇ ਮੈਨੂੰ ਫਿਲਮੀ ਬੰਦੇ ਬੜੇ ਫੁਕਰੇ ਤੇ ਹਲਕੇ ਲੱਗਦੇ। ਮੈਂ ਫਿਲਮੀ ਕਲਾ ਨੂੰ ਇਉਂ ਦੇਖਦਾ ਜਿਵੇਂ ਕੋਈ ਬਾਹਮਣ ਨੀਵੀਂ ਜਾਤ ਵਾਲਿਆਂ ਨੂੰ। ਪਰ ਦਰਅਸਲ ਇਹ ਮੇਰੀ ਈਰਖਾ ਸੀ।
ਮੇਰੇ ਬਹੁਤ ਸਾਰੇ ਦੋਸਤ ਅਤੇ ਵਾਕਫਕਾਰ ਜੋ ਰੇਡੀਓ ਤੇ ਥੀਏਟਰ ਵਿੱਚ ਮੇਰੇ ਨਾਲ ਕੰਮ ਕਰਦੇ ਸਨ, ਹੁਣ ਸ਼ੁਰ ਦੇ ਅਸਮਾਨ ਉੱਤੇ ਸਨ। ਮੇਰੇ ਕਿਸੇ ਨਾਟਕ ਜਾਂ ਕਹਾਣੀ ਤੇ ਫਿਲਮ ਨਹੀਂ ਸੀ ਬਣੀ। ਜਦੋਂ ਮੈਂ 2-4 ਮਿੱਤਰ ਡਾਇਰੈਕਟਰਾਂ ਨੂੰ ਆਪਣੇ ਨਾਟਕ ਪੜ੍ਹ ਕੇ ਸੁਣਾਏ ਤਾਂ ਉਹਨਾਂ ਨੇ ਠੰਡਾ ਹੁੰਗਾਰਾ ਭਰਿਆ ਤੇ ਆਖਿਆ, ਇਹਨਾਂ ਵਿੱਚ ਘਟਨਾਵਾਂ ਬਹੁਤ ਘੱਟ ਹਨ ਤੇ ਜਜ਼ਬਾਤੀ ਮੁੜ ਬਹੁਤ ਜ਼ਿਆਦਾ ਹਨ। ਇਸ ਨਾਲ ਮੇਰਾ ਜੀ ਹੋਰ ਵੀ ਬੈਠ ਗਿਆ। ਮੈਨੂੰ ਉਹਨਾਂ ਦੀਆਂ ਫਿਲਮਾਂ ਕਹਾਣੀਆਂ ਦੀਆਂ ਘਟਨਾਵਾਂ ਤੇ ਉਹਨਾਂ ਦੀ ਵਾਰਤਾਲਾਪ ਬਹੁਤ ਹਲਕੀ ਜਾਪਦੀ। ਫਿਲਮਾਂ ਦੀਆਂ ਕਹਾਣੀਆਂ ਨਿਰੀਆਂ ਤੋਤਾ ਮੈਨਾਂ ਦੀਆਂ ਕਹਾਣੀਆਂ, ਮੁੰਡੇ ਤੇ ਕੁੜੀ ਦੇ ਇਸ਼ਕ ਵਿੱਚ ਸਭ ਘਟਨਾਵਾਂ ਬਕਵਾਸ, ਜ਼ਿੰਦਗੀ ਤੋਂ ਦੂਰ, ਹਰ ਚੀਜ਼ ਨਕਲੀ। 1950 ਵਾਲੇ ਦਹਾਕੇ ਵਿੱਚ ਮੇਰਾ ਫਿਲਮਾਂ ਬਾਰੇ ਇਹੋ ਨਜ਼ਰੀਆ ਸੀ, ਪਰ ਸੱਤਿਆਜੀਤ ਰੇ ਦੀਆਂ ਫਿਲਮਾਂ ਪਿੱਛੋਂ 1960 ਦੇ ਦਹਾਕੇ ਮੇਰੇ ਵਿਚਾਰ ਬਦਲ ਗਏ। 1970 ਪਿੱਛੋਂ ਤਾਂ ਲੱਗਾ ਹਰ ਥੀਏਟਰ ਐਕਟਰ ਤੇ ਨਾਟਕਕਾਰ ਫਿਲਮਾਂ ਵਿੱਚ ਕੰਮ ਕਰਨ ਲਈ ਉਤਾਵਲਾ ਹੋ ਗਿਆ ਹੈ। ਫਿਲਮੀ ਦੁਨੀਆ ਸੋਨੇ ਦੀ ਖਾਣ ਲੱਗਦੀ ਸੀ। ਲੱਖਾਂ ਦੀ ਲੁੱਟ ਮੱਚੀ ਹੋਈ ਸੀ, ਰੁਪਏ ਦੀ ਲੁੱਟ ਮੱਚੀ ਹੋਈ ਸੀ। ਜਿਸ ਗੀਤ ਜਾਂ ਡਾਇਲੌਗ ਦਾ ਸਟੇਜ ਉੱਤੇ ਜਾਂ ਜੇਡੀ ਉੱਤੇ ਵਿੱਚ 100 ਰੁਪਇਆ ਨਹੀਂ ਸੀ ਮਿਲਦਾ, ਫਿਲਮਾਂ ਵਿੱਚ ਹਜ਼ਾਰਾਂ ਨੂੰ ਵਿਕਦਾ ਸੀ। ਸਾਰੇ ਕਲਾਕਾਰ, ਨਾਟਕਕਾਰ, ਐਕਟਰਸ ਅਤੇ ਐਕਟਰੈਸਾਂ ਫਿਲਮਾਂ ਵੱਲ ਤੁਰ ਪਈਆਂ। ਰਾਜੀ ਦਾ ਫਿਲਮ ਵਿੱਚ ਸ਼ਾਮਲ ਹੋਣਾ ਇਸੇ ਲਈ ਕੋਈ ਅਚੰਭਾ ਨਹੀਂ ਸੀ। ਪਾਰਟੀ ਜ਼ੋਰ ਸ਼ੋਰ 'ਤੇ ਸੀ। ਡਿਨਰ ਪਿੱਛੋਂ ਸਭ ਲੋਕ ਫਿੱਕੇ ਹਨੇਰੇ ਦੀਆਂ ਖੇਡਾਂ ਖੇਡਣ ਲੱਗੇ। ਮਿਊਜ਼ਿਕ ਉੱਚਾ ਹੋ ਗਿਆ ਤੇ ਹਾਸਾ ਉੱਚਾ ਹੋ ਗਿਆ। ਰੋਸ਼ਨੀ ਮੱਧਮ ਹੋ ਗਈ। ਜਾਵੇਦ ਝੂਮ ਰਿਹਾ ਸੀ, ਨੱਚ ਰਿਹਾ ਸੀ। ਉਸਦੇ ਫਿਕਰੇ ਸੁਣ ਕੇ ਲੋਕ ਚੀਕਾਂ ਮਾਰਦੇ ਤੇ ਲੋਟ-ਪੋਟ ਹੋ ਜਾਂਦੇ। ਮੈਂ ਸੋਫੇ 'ਤੇ ਪਿਆ, ਅੱਧ ਸੁੱਤਾ ਅੱਧ ਜਾਗਿਆ ਇਹਨਾਂ ਦੀਆਂ ਖੇਡਾਂ ਦੇਖਦਾ ਰਿਹਾ। ਮੈਂ ਸਾਫ਼ ਦੇਖਿਆ ਕਿ ਰਾਜੀ ਜਾਵੇਦ ਵੱਲ ਖਿੱਚੀ ਗਈ ਸੀ। ਉਹ ਉਸ ਵੱਲ ਮੁਸ਼ਤਾਕ ਨਿਗਾਹਾਂ ਨਾਲ ਤੱਕਦੀ ਹੋਈ ਉਹਨਾਂ ਅੰਨੀਆਂ ਖੇਡਾਂ ਦੇ ਦੌਰਾਨ ਵਾਰ-ਵਾਰ ਹੱਸਦੀ ਸੀ। ਮੈਂ ਚਾਹੁੰਦਾ ਸੀ ਕਿ ਉਹਨਾਂ ਦਾ ਚੀਕ ਚੰਗਿਆੜ ਖਤਮ ਹੋਵੇ, ਪਰ ਉਹ ਉਸੇ ਤਰ੍ਹਾਂ ਖੇਡਦੇ ਰਹੇ। ਜਾਵੇਦ ਅੱਡੀਆਂ ਛੰਡਦਾ ਹੋਇਆ ਅਫਰੀਕੀ ਨਾਚ ਨੱਚ ਰਿਹਾ ਸੀ ਤੇ ਬਾਕੀ ਦੇ ਲੋਕ ਤਾੜੀਆਂ ਮਾਰਦੇ ਹੋਏ ਉਸਨੂੰ ਹੱਲਾਸ਼ੇਰੀ ਦੇ ਰਹੇ ਸਨ। ਮੈਂ ਉਹਨਾਂ ਨੂੰ ਛੱਡ ਕੇ ਬੈਡਰੂਮ ਵਿੱਚ ਚਲਾ ਗਿਆ, ਦਰਵਾਜ਼ਾ ਬੰਦ ਕਰ ਲਿਆ ਤੇ ਬਿਸਤਰ ਵਿੱਚ ਪੈ ਗਿਆ। ਅਚਾਨਕ ਮੈਂ ਇੱਕ ਉੱਚੀ ਪਾਗਲਾਨਾ ਆਵਾਜ਼ ਸੁਣ ਕੇ ਜਾਗਿਆ। ਇਹ ਜਾਵੇਦ ਦੀ ਆਵਾਜ਼ ਸੀ ਜੋ ਇੱਕ ਵਹਿਸ਼ੀ ਤਾਕਤ ਨਾਲ ਸਾਰੇ ਘਰ ਵਿੱਚ ਗੂੰਜ ਰਹੀ ਸੀ। ਉਹ ਇੱਕ ਮਹਿਮਾਨ ਅਤੇ ਉਸਦੀ ਬੀਵੀ ਨੂੰ ਗਾਲਾਂ ਕੱਢ ਰਿਹਾ ਸੀ ਤੇ ਉਹਨਾਂ ਨੂੰ ਬੇਇੱਜ਼ਤ ਕਰ ਰਿਹਾ ਸੀ। ਉੱਚਾ ਰੌਲਾ ਤੇ ਉਸ ਉੱਤੇ ਜਾਵੇਦ ਦੀ ਹੰਟਰ ਵਰਗੀ ਆਵਾਜ਼। ਫਿਰ ਤਰ੍ਹਾਂ ਦੀਆਂ ਆਵਾਜ਼ਾਂ ਦਾ ਮੱਠਾ ਸ਼ੋਰ ਤੇ ਬੂਟਾਂ ਦੀ ਚਾਪ। ਬਹੁਤ ਸਾਰੇ ਲੋਕ ਹਾਲ ਕਮਰੇ ਵਿੱਚੋਂ ਲੰਘ ਕੇ ਬਾਹਰ ਜਾ ਰਹੇ ਸਨ। ਕੁਝ ਮਰਮਰਾਉਂਦੀਆਂ ਆਵਾਜ਼ਾਂ, ਫਿਰ ਦਰਵਾਜ਼ਾ ਬੰਦ ਹੋਣ ਦੀ ਤੇ ਸ਼ਾਂਤੀ। ਗਿਆਨ ਤੇ ਰਾਜੀ ਮੇਰੇ ਕਮਰੇ ਵਿੱਚ ਆਏ ਤੇ ਉਹਨਾਂ ਬਿਜਲੀ ਦੀ ਬੱਤੀ ਜਗਾਈ। ਮੈਂ ਬਿਸਤਰੇ ਵਿੱਚ ਉੱਠ ਕੇ ਬੈਠ ਗਿਆ ਤੇ ਪਾਰਟੀ ਖਤਮ ਹੋ ਗਈ ਸੀ। ਰਾਜੀ ਬੇਹੱਦ ਖੁਸ਼ ਨਜ਼ਰ ਆ ਰਹੀ ਸੀ, ਪੂਰੀ ਤਰ੍ਹਾਂ ਬੇਦਾਰ ਤੇ ਕਿਸੇ ਸੱਜਰੀ ਸ਼ਕਤੀ ਨਾਲ ਭਰੀ ਹੋਈ। ਉਹ ਬੋਲੀ, ਬੜਾ ਮਜ਼ਾ ਆਇਆ ਖੇਡ ਵਿੱਚ। ਅਸੀਂ ਖੇਡਦੇ ਰਹੇ, ਪਰ ਤੂੰ ਉੱਠ ਕੇ ਕਿਉਂ ਗਿਆ? ਮੈਂ ਕੋਈ ਜਵਾਬ ਨਾ ਦਿੱਤਾ। ਰੋਸ਼ਨੀ ਮੇਰੀਆਂ ਅੱਖਾਂ ਵਿੱਚ ਰੜਕ ਰਹੀ ਸੀ। ਉਹ ਹੱਸ ਕੇ ਬੋਲੀ, ਤੈਨੂੰ ਸਾੜਾ ਕਿਸ ਗੱਲ ਦਾ ਹੋਇਆ? ਮੈਂ ਤੈਨੂੰ ਦੱਸ ਦੇਵਾਂ। ਉਹ ਬਹੁਤ ਹਸਮੁਖ ਤੇ ਦਿਲਚਸਪ ਆਦਮੀ ਹੈ। ਕਮਾਲ ਦੀ ਫਿਕਰੇਬਾਜ਼ੀ ਹੈ। ਜੇ ਕੋਈ ਗੱਲ ਕਰਦਾ ਤਾਂ ਉਹ ਇਹੋ ਜਿਹਾ ਕਰਾਰਾ ਜਵਾਬ ਦਿੰਦਾ ਕਿ ਅਸੀਂ ਹੱਸ ਕੇ ਦੂਰੇ ਹੋ ਜਾਂਦੇ। ਉਸਨੇ ਮੈਨੂੰ ਇਹ ਵੀ ਆਖਿਆ ਕਿ ਜੇ ਮੈਂ ਫਿਲਮੀ ਦੁਨੀਆ ਵਿੱਚ ਦਾਖਲ ਹੋਣਾ ਚਾਹੁੰਦੀ ਹਾਂ ਤਾਂ ਉਹ ਮੇਰੀ ਮਦਦ ਕਰੇਗਾ। ਉਸਨੇ ਮੈਨੂੰ ਲੰਚ 'ਤੇ ਬੁਲਾਇਆ ਅਤੇ ਆਖਿਆ ਕਿ ਉਹ ਮੈਨੂੰ 2 ਚੰਗੇ ਡਾਇਰੈਕਟਰਾਂ ਨਾਲ ਮਿਲਾਏਗਾ। ਤੇਰਾ ਕੀ ਖਿਆਲ ਹੈ, ਮੈਂ ਲੰਚ ਉੱਤੇ ਜਾਵਾਂ ਕਿ ਨਾ? ਮੈਂ ਉਸ ਵੱਲ ਤੱਕਿਆ, ਪਰੇਸ਼ਾਨ ਗੁੱਸਾ ਵੀ ਆਇਆ। ਮੈਂ ਆਖਿਆ, ਸਵੇਰੇ ਗੱਲ ਕਰਾਂਗੇ ਇਸ ਬਾਰੇ। ਹੁਣ ਰਾਤ ਦੇ 2 ਵੱਜ ਚੁੱਕੇ ਨੇ, ਮੈਨੂੰ ਬਹੁਤ ਨੀਂਦ ਆਈ ਹੈ। ਤੂੰ ਜਲਦਾ ਹੈ, ਸਵੇਰੇ ਗੱਲ ਕਰਾਂਗੇ ਆਪਾਂ ਇਸ ਬਾਰੇ। ਮੈਂ ਤੇਰੀ ਰਾਏ ਪੁੱਛੀ ਆ, ਤੇਰਾ ਕੀ ਖਿਆਲ ਹੈ ਇਸ ਬਾਰੇ? ਮੈਂ ਆਖਿਆ, ਤੈਨੂੰ 100 ਬਘਿਆੜ ਮਿਲੂਗਾ ਇਸ ਇੰਡਸਟਰੀ ਵਿੱਚ। ਹਰ ਕੋਈ ਤੈਨੂੰ ਹੀਰੋਇਨ ਬਣਾਉਣ ਦਾ ਝਾਂਸਾ ਦੇਵੇਗਾ। ਹਰ ਕੋਈ ਤੇਰੇ ਹੁਸਨ ਦੀ ਤਾਰੀਫ ਕਰੇਗਾ। ਇਹੋ ਆਖੇਗਾ ਕਿ ਤੂੰ ਥੋੜ੍ਹੇ ਦਿਨ ਮੁੰਬਈ ਵਿੱਚ ਰਹਿ ਕੇ ਤੂੰ ਸਟਾਰ ਬਣ ਜਾਵੇਂਗੀ। ਇਹੋ ਆਖੇਗਾ ਕਿ ਤੂੰ ਪਿਛਲੇ ਸਾਲ ਕਿਉਂ ਨਾ ਆਈ ਜਦੋਂ ਉਹ ਆਪਣੀ ਫਿਲਮ ਵਿੱਚ ਨਵੀਂ ਹੀਰੋਇਨ ਦੀ ਤਲਾਸ਼ ਸੀ। ਬਸ ਤੇਰਾ ਚਿਹਰਾ ਚਾਹੀਦਾ ਸੀ। ਕਿੱਥੇ ਸੀ? ਤੂੰ ਉਸ ਉੱਤੇ ਯਕੀਨ ਕਰੇਂਗੀ। ਜਾਵੇਦ ਵੀ ਇਸੇ ਤਰ੍ਹਾਂ ਦਾ ਲਾਰਾ ਲਾ ਰਿਹਾ ਹੈ। ਉਹ ਬਿਫਰ ਕੇ ਬੋਲੀ, ਹਰ ਆਦਮੀ ਉੱਤੇ ਸ਼ੱਕ ਹੈ ਤੈਨੂੰ। ਆਪਣਾ ਇਲਾਜ ਕਰਵਾ। ਜਾਵੇਦ ਨੂੰ ਘਾਟਾ ਹੀ ਕੁੜੀਆਂ ਦਾ। ਬੇਸ਼ੁਮਾਰ ਐਕਟਰੈਸਾਂ ਉਸਦੇ ਪਿੱਛੇ ਫਿਰਦੀਆਂ ਨੇ। ਉਹ ਟੈਲੀਫੋਨਾਂ ਦਾ ਜਵਾਬ ਵੀ ਨਹੀਂ ਦਿੰਦਾ। ਉਸ ਕੋਲ ਵਿਹਲ ਹੀ ਨਹੀਂ। ਇਹ ਬਕਵਾਸ ਤੈਨੂੰ ਉਸਨੇ ਹੀ ਦੱਸੀ ਹੋਵੇਗੀ, ਪਰ ਇਹ ਬਿਲਕੁਲ ਸੱਚ ਹੈ। ਹਰਾਮੀ। ਉਹ ਸਿਰਫ ਤੈਨੂੰ ਬਕਵਾਸ ਨਾ ਕਰ। ਮੈਂ ਤੈਨੂੰ ਇਹੋ ਜਿਹੀ ਹੀ ਸਮਝਦਾ। ਤੂੰ ਮੈਨੂੰ ਇਹੋ ਜਿਹੀ ਸਮਝਦਾ? ਅਸੀਂ ਦੋਵੇਂ ਚੁੱਪ ਹੋ ਗਏ। ਮੇਰੇ ਤੇ ਉਸਦੇ ਦਰਮਿਆਨ ਬਹੁਤ ਵੱਡਾ ਫਾਸਲਾ ਹੋ ਗਿਆ। ਸਾਡੇ ਦੋਹਾਂ ਵਿਚਕਾਰ ਜਾਵੇਦ ਖੜਾ ਸੀ, ਪਰ ਜਾਵੇਦ ਤਾਂ ਸਿਰਫ ਪ੍ਰਤੀਕ ਸੀ ਕਿਸੇ ਵੀ ਫਿਲਮ ਪ੍ਰੋਡਿਊਸਰ ਦਾ। ਕੋਈ ਵੀ ਉਸਨੂੰ ਸੁਪਰ ਸਟਾਰ ਬਣਾਉਣ ਦਾ ਵਾਅਦਾ ਕਰਦਾ ਤੇ ਇਹੋ ਗੱਲ ਹੋਣੀ ਸੀ। ਇਸ ਦਾ ਅਜੀਬ ਜਾਦੂ ਵਰਗਾ ਅਸਰ ਸੀ ਰਾਜੀ ਉੱਤੇ। ਸਟਾਰ ਬਣਨ ਦੀ ਤਮੰਨਾ ਕਿਤਨੀਆਂ ਕੁੜੀਆਂ ਲੱਭਦੀਆਂ ਫਿਰਦੀਆਂ ਸਨ ਤੇ ਆਪਣੀ ਹੋਣੀ ਨੂੰ ਬੰਬਈ ਦੀ ਫਿਲਮੀ ਦੁਨੀਆ ਵਿੱਚ ਇਸ ਆਕਾਸ਼ ਉੱਤੇ ਚਮਕਣ ਦੀ ਖੁਆਇਸ਼ ਨਾਲ ਪਾਗਲ ਹੋਈਆਂ।
ਮੇਰਾ ਮਨ ਡੁੱਬਣ ਲੱਗਾ। ਰਾਜੀ ਵੱਲੋਂ ਪਹਿਲੀ ਬਗਾਵਤ। ਹਾਲਾਂਕਿ ਉਹ ਮੈਨੂੰ ਨਾਰਾਜ਼ ਕਰਨਾ ਗਵਾਰਾ ਨਹੀਂ ਸੀ ਕਰ ਸਕਦੀ, ਪਰ ਉਹ ਸੱਚੇ ਮਨੋਂ ਸੋਚਣ ਲੱਗ ਪਈ ਸੀ ਕਿ ਮੈਂ ਉਸ ਦੀ ਤਰੱਕੀ ਦੇ ਰਸਤੇ ਵਿੱਚ ਰੋੜਾ ਬਣ ਗਿਆ ਹਾਂ। ਮੈਂ ਉਸ ਨੂੰ ਅੱਗੇ ਨਹੀਂ ਵਧਣ ਦਿੰਦਾ। ਮੈਂ ਈਰਖਾ ਵਿੱਚ ਜਲਣ ਵਾਲਾ ਇੱਕ ਜਾਬਰ ਮਰਦ ਸਾਂ ਜੋ ਉਸ ਨੂੰ ਆਪਣੀ ਮੁੱਠੀ ਵਿੱਚ ਰੱਖਣਾ ਚਾਹੁੰਦਾ ਸਾਂ। ਹੁਣ ਚਾਂਸ ਨਹੀਂ ਸੀ ਉਸ ਲਈ ਫਿਲਮ ਵਿੱਚ ਜਾਣ ਦਾ। ਮੈਂ ਹੋਰ ਬਹਿਸ ਨਹੀਂ ਸੀ ਕਰਨੀ ਚਾਹੁੰਦਾ, ਪਰ ਉਸ ਪਿੱਛੋਂ ਮੈਂ ਸੌ ਨਾ ਸਕਿਆ। ਮੈਂ ਬਿਸਤਰੇ ਵਿੱਚ ਪਿਆ ਇਹੀ ਸੋਚ ਰਿਹਾ ਸੀ ਕਿ ਉਹ ਜਵੇਦ ਬਾਰੇ ਸੋਚ ਰਹੀ ਸੀ। ਸਵੇਰੇ ਉੱਠਿਆ ਤਾਂ ਉਹ ਆਖਣ ਲੱਗੀ ਕਿ ਉਹ ਜਵੇਦ ਨੂੰ ਨਹੀਂ ਮਿਲੇਗੀ। ਉਹ ਮੇਰੇ ਉੱਤੇ ਆਪਣੀ ਕੁਰਬਾਨੀ ਜ਼ਾਹਿਰ ਕਰਨਾ ਚਾਹੁੰਦੀ ਸੀ ਕਿ ਕਿਸ ਤਰ੍ਹਾਂ ਉਹ ਹੀਰੋਇਨ ਬਣਨ ਦੇ ਚਾਂਸ ਨੂੰ ਠੁਕਰਾ ਰਹੀ ਸੀ। ਮੈਂ ਥੱਕਿਆ ਹਾਰਿਆ ਮਹਿਸੂਸ ਕਰ ਰਿਹਾ ਸਾਂ। ਮੈਂ ਆਖਿਆ, ਜਿਵੇਂ ਤੇਰੀ ਮਰਜ਼ੀ ਆਏ ਕਰ। ਮੈਂ ਫਿਲਮਜ਼ ਡਿਵੀਜ਼ਨ ਦੇ ਵਿੱਚ ਚੀਫ ਪ੍ਰੋਡਿਊਸਰ ਨੂੰ ਮਿਲਣ ਚਲਾ ਗਿਆ ਤੇ ਉਹ ਪਿੱਛੋਂ ਘਰੇ ਰਹੀ। ਪਰ ਜਦੋਂ ਮੈਂ ਫਿਲਮ ਡਿਵੀਜ਼ਨ ਵਿੱਚ ਕੰਮ ਕਰ ਰਿਹਾ ਸਾਂ ਤਾਂ ਮੈਨੂੰ ਯਕੀਨ ਸੀ ਕਿ ਉਹ ਜਾਵੇਦ ਨੂੰ ਟੈਲੀਫੋਨ ਕਰੇਗੀ। ਮੇਰਾ ਖਿਆਲ ਸਹੀ ਨਿਕਲਿਆ। ਜਾਵੇਦ ਆਇਆ ਤੇ ਉਹ ਦੋਵੇਂ ਹਾਲ ਕਮਰੇ ਵਿੱਚ ਬੈਠੇ ਚਾਹ ਪੀ ਰਹੇ ਸਨ। ਬਾਰਸ਼ਾਂ ਨਾਲ ਝੰਬੇ ਸਮੁੰਦਰ ਦੀਆਂ ਛੱਲਾਂ ਨੂੰ ਦੇਖਦੇ ਰਹੇ ਤੇ ਗੱਲਾਂ ਕਰਦੇ ਰਹੇ। ਜਾਵੇਦ ਦੀਆਂ ਤੇਜ਼ ਨਜ਼ਰਾਂ ਨੇ ਰਾਜੀ ਨੂੰ ਫੌਰਨ ਹੀ ਭਾਂਪ ਲਿਆ। ਉਸਨੇ ਹਾਲਾਤ ਦਾ ਝੱਟ ਹੀ ਜਾਇਜ਼ਾ ਲਾ ਲਿਆ। ਉਸਨੇ ਹਿਸਾਬ ਲਾ ਲਿਆ ਕਿ ਜੇ ਉਹ ਰਾਜੀ ਨੂੰ ਲੰਚ ਵਾਸਤੇ ਲੈ ਕੇ ਗਿਆ ਤੇ ਫਿਰ ਉਸ ਨੂੰ ਕਿਸੇ ਡਾਇਰੈਕਟਰ ਕੋਲ ਜਾਣ ਲਈ ਵਕਤ ਮੁਕਰਰ ਕੀਤਾ ਤੇ ਫਿਰ ਉਸ ਨੂੰ ਕਿਸੇ ਹੋਟਲ ਵਿੱਚ ਖੁਦ ਅਲਹਿਦਾ ਮਿਲਣ ਲਈ ਆਖਿਆ ਤਾਂ ਰਾਜੀ ਸ਼ਾਇਦ ਇਨਕਾਰ ਕਰ ਦੇਵੇ। ਜਾਵੇਦ ਕੋਲ ਇਤਨਾ ਸਮਾਂ ਨਹੀਂ ਸੀ ਕਿ ਉਹ ਇਸ ਨਿੱਕੇ ਜਿਹੇ ਇਸ਼ਕ ਵਿੱਚ ਇੱਕ ਹਫ਼ਤਾ ਬਰਬਾਦ ਕਰੇ। ਉਸਨੇ ਸਿੱਧਾ ਹੀ ਆਖਿਆ, ਤੂੰ ਸਟਾਰ ਬਣਨਾ ਚਾਹੁੰਦੀ ਹੈ ਨਾ? ਠੀਕ ਹੈ, ਤੇਰੇ ਵਿੱਚ ਟੈਲੈਂਟ ਹੈ। ਬਿਲਕੁਲ ਮੁਮਕਿਨ ਹੈ ਕਿ ਤੂੰ ਦੂਜੀ ਜੀਨਤ ਅਮਾਨ ਬਣ ਜਾਵੇਂ। ਪਰ ਇੱਕ ਗੱਲ ਮੈਂ ਤੈਨੂੰ ਦੱਸ ਦੇਵਾਂ, ਤੂੰ ਕਿੰਨੇ ਮਰਦਾਂ ਨਾਲ ਬਿਸਤਰ ਗਰਮ ਕਰ ਸਕਦੀ ਹੈ? 2 ਜਾਂ 5 ਜਾਂ 10? ਮੈਂ ਇਹੋ ਜਿਹੀ ਕੁੜੀ ਨਹੀਂ। ਤਾਂ ਫਿਰ ਫਿਲਮਾਂ ਦਾ ਖਿਆਲ ਛੱਡ ਦੇ, ਭੁੱਲ ਜਾ ਤੇ ਵਾਪਸ ਚੰਡੀਗੜ੍ਹ ਚਲੀ ਜਾ। ਮੈਂ ਇੱਕ ਇਮਾਨਦਾਰ ਦੋਸਤ ਦੇ ਤੌਰ 'ਤੇ ਇਹੀ ਮਸ਼ਵਰਾ ਦੇਵਾਂਗਾ। ਉਹਨਾਂ ਦੀ ਮੁਲਾਕਾਤ ਇਸੇ ਫਿਕਰੇ ਨਾਲ ਖਤਮ ਹੋ ਗਈ। ਜਾਵੇਦ ਚਲਾ ਗਿਆ। ਰਾਜੀ ਮੈਨੂੰ ਉਡੀਕ ਰਹੀ ਸੀ, ਇਹੋ ਗੱਲ ਦੱਸਣ ਲਈ ਤਾਂ ਉਸਦੇ ਮਨ ਦਾ ਭਾਰ ਹੌਲਾ ਹੋਵੇ। ਮਿਲਣਸਾਰ ਮੈਨੂੰ ਉਸਨੇ ਸਾਰੀ ਕਹਾਣੀ ਸੁਣਾ ਦਿੱਤੀ। ਉਹ ਡਾਇਰੈਕਟਰਾਂ ਦੇ ਪ੍ਰੋਡਿਊਸਰਾਂ ਨੂੰ ਮੇਰੇ ਨਾਲ ਮਿਲਣਾ ਚਾਹੁੰਦੀ ਸੀ। ਜੇ ਉਹ ਇਹਨਾਂ ਨੂੰ ਨਾ ਮਿਲੀ ਤਾਂ ਉਸਦੇ ਦਿਲ ਵਿੱਚ ਬਹੁਤ ਵੱਡੀ ਹਸਰਤ ਰਹਿ ਜਾਏਗੀ। ਕੁਝ ਡਾਇਰੈਕਟਰ ਮੇਰੇ ਦੋਸਤ ਸਨ। ਉਸ ਨੇ ਉਹਨਾਂ ਦੀਆਂ ਫਿਲਮਾਂ ਦੇਖੀਆਂ ਸਨ ਤੇ ਸੁਣ ਰੱਖਿਆ ਸੀ ਕਿ ਇਹ ਡਾਇਰੈਕਟਰਾਂ ਨੂੰ ਨਵੇਂ ਚਿਹਰਿਆਂ ਦੀ ਲੋੜ ਹੈ। ਉਹ ਮੇਰੇ ਨਾਲ ਕਈ ਪਾਰਟੀਆਂ ਉੱਤੇ ਗਈ। ਮੋਹਨ ਸਹਿਗਲ ਨੂੰ ਮਿਲੀ, ਯਸ਼ ਚੋਪੜਾ ਨੂੰ, ਸ਼ਿਆਮ ਬੇਨੇਗਲ ਨੂੰ, ਸਰਦਾਰ ਜ਼ਾਫਰੀ ਤੇ ਘਰ ਸ਼ਾਇਰਾਂ ਤੇ ਫਿਲਮਸਾਜ਼ਾਂ ਨੂੰ ਵੀ ਮਿਲੀ। ਇਸਮਤ ਚੁਗਤਾਈ ਦੇ ਘਰ ਡਿਨਰ ਪਾਰਟੀ ਹੋਈ ਤਾਂ ਉੱਥੇ ਕ੍ਰਿਸ਼ਨ ਚੰਦਰ, ਜਾਨ, ਨਿਸਾਰ ਅਖਤਰ ਅਤੇ ਸਾਹਿਰ ਲੁਧਿਆਣਵੀ ਮਿਲੇ। ਕਈਆਂ ਨੇ ਆਖਿਆ ਜੇ ਫਿਲਮ ਵਿੱਚ ਜਾਣਾ ਹੈ ਤਾਂ ਉਸ ਨੂੰ ਬੰਬਈ ਰੁਕਣਾ ਪਵੇਗਾ, ਪਰ ਉਹ ਮੁੰਬਈ ਨਹੀਂ ਸੀ ਰੁਕ ਸਕਦੀ ਕਿਉਂਕਿ ਉਸ ਦੇ ਘਰ ਦੇ ਹਾਲਾਤ ਇਹੋ ਜਿਹੇ ਨਹੀਂ ਸਨ। ਇੱਕ ਹਫ਼ਤੇ ਪਿੱਛੋਂ ਉਹ ਵਾਪਸ ਚੰਡੀਗੜ੍ਹ ਚਲੀ ਗਈ। ਮੈਂ ਆਪਣੇ ਕੰਮ ਮੁਕਾਉਣ ਲਈ ਮੁੰਬਈ ਰੁਕ ਗਿਆ। ਫਿਲਮ ਦੀ ਦੁਨੀਆ ਵਿੱਚ ਇੱਕ ਅਜੀਬ ਕਿਸਮ ਦਾ ਨਿੱਘਾ ਭਾਈਚਾਰਾ ਹੈ। ਸਟੂਡੀਓ ਦਾ ਨਿੱਘ, ਲਾਈਟ ਦਾ ਨਿੱਘ, ਮੇਕਅਪ ਦਾ ਨਿੱਘ, ਲੋਕਾਂ ਦਾ ਨਿੱਘ। ਇਸ ਇੰਡਸਟਰੀ ਵਿੱਚ ਹਜ਼ਾਰਾਂ ਲੋਕ ਬੇਕਾਰ ਹੋਣਗੇ, ਪਰ ਇੱਕ ਵਾਰ ਬੰਦਾ ਸਭ ਕੁਝ ਛੱਡ ਕੇ ਇਸ ਇੰਡਸਟਰੀ ਦਾ ਹੋ ਜਾਵੇ ਤਾਂ ਇੰਡਸਟਰੀ ਆਪੇ ਹੀ ਉਸ ਦੀ ਦੇਖਭਾਲ ਕਰਦੀ ਹੈ। ਐਕਟਰ ਲੋਕ ਦੂਰੋਂ ਮਗਰੂਰ, ਫੁਕਰੇ, ਆਕੜ ਖਾਂ ਲੱਗਦੇ ਨੇ, ਪਰ ਉਹ ਇਸ ਗਰੂਰ ਤੇ ਹੈਂਕੜ ਪਿੱਛੇ ਇਨਸਾਨੀ ਹਮਦਰਦੀ ਦਾ ਨਿੱਘ ਹੈ। ਗਾਲਾਂ, ਠੋਕਰਾਂ, ਭੁੱਖ ਨੰਗ, ਬੇਇੱਜ਼ਤੀਆਂ ਅਤੇ ਜੱਫੀਆਂ ਦਾ ਨਿੱਘ। ਤੁਸੀਂ ਇਸ ਸਭ ਕੁਝ ਨੂੰ ਛੂਹ ਸਕਦੇ ਹੋ। ਇਹ ਸਰਕਾਰੀ ਅਫਸਰਾਂ ਦੇ ਵੱਡੇ ਵਪਾਰ ਅਤੇ ਉੱਚ ਅਧਿਕਾਰੀਆਂ ਤੋਂ ਵੱਖਰੀ ਦੁਨੀਆ ਹੈ। ਅਫਸਰਸ਼ਾਹੀ ਤੇ ਬਿਊਰੋਕਰੇਸੀ ਬੇਲਾਗ ਹੈ। ਬੋਲੀ ਤੇ ਅੰਨੀ, ਕਿਸੇ ਜਜ਼ਬਾਤੀ ਜਜ਼ਬੇ ਤੋਂ ਰਹਿਤ, ਮਨੁੱਖੀ ਹਿੱਤ ਤੋਂ ਕੋਰੀ। ਪਰ ਫਿਲਮ ਦੇ ਵਿੱਚ ਹਰ ਇਹ ਗੱਲ ਨਹੀਂ, ਕਿਉਂਕਿ ਫਿਲਮ ਇੰਡਸਟਰੀ ਵਿੱਚ ਇਨਸਾਨੀ ਜਜ਼ਬੇ ਦਾ ਦਖਲ ਹੈ। ਫਿਲਮ ਸ਼ੂਟਿੰਗ ਵੇਲੇ ਇਕਾਗਰਤਾ ਤੇ ਮਿਲਵਰਤਨ ਹੁੰਦਾ ਹੈ। ਹਰ ਵਰਕਰ ਦੀ ਬਿਰਤੀ ਇੱਕੋ ਬਿੰਦੂ ਉੱਤੇ ਕੇਂਦਰਿਤ ਹੁੰਦੀ ਹੈ, ਇੱਕੋ ਨਿਸ਼ਾਨਾ, ਇੱਕੋ ਮੰਤਵ। ਐਕਟਰ, ਟਰਾਲੀ ਵਾਲਾ, ਲਾਈਟਿੰਗ ਵਾਲਾ ਤੇ ਰਾਜ ਕਪੂਰ ਇੱਕ ਹੋ ਜਾਂਦੇ ਹਨ। ਉਹ ਸਭ ਇੱਕੋ ਪੱਧਰ ਉੱਤੇ ਜਿਉਂਦੇ ਹਨ, ਇੱਕੋ ਮਾਨਸਿਕ ਲਹਿਰ। ਉਹ ਹੱਥ ਮਿਲਾਉਂਦੇ ਹਨ, ਇੱਕ ਦੂਜੇ ਨੂੰ ਸ਼ਾਬਾਸ਼ੀ ਦਿੰਦੇ ਹਨ ਤੇ ਜੱਫੀਆਂ ਪਾਉਂਦੇ ਹਨ। ਰਾਜ ਕਪੂਰ ਕਲੈਪਰ ਮੁੰਡੇ ਕੋਲ ਜਾ ਕੇ ਉਸ ਨੂੰ ਚਾਹ ਦਾ ਪਿਆਲਾ ਪੇਸ਼ ਕਰਦਾ ਹੈ। ਮੈਂ 3 ਕੈਮਰਾਮੈਨ ਦੇਖੇ ਜੋ ਇੱਕ ਦੂਜੇ ਨਾਲ ਜੁੜੇ ਹੋਏ ਇੱਕੋ ਕੈਮਰੇ ਨੂੰ ਆਪਰੇਟ ਕਰ ਰਹੇ ਸਨ ਤੇ ਇੱਕ ਆਪਣੇ ਕੰਮ ਵਿੱਚ ਇੰਨੇ ਮੁਗਧ ਸਨ ਕਿ ਉਹ 6 ਬਾਹਾਂ ਵਾਲਾ ਇੱਕ ਦੈਵ ਮਨੁੱਖ ਲੱਗਦੇ ਸਨ। ਇਸ ਇੰਡਸਟਰੀ ਵਿੱਚ ਇਤਨੀ ਕਸ਼ਿਸ਼ ਤੇ ਸ਼ਕਤੀ ਸੀ ਕਿ ਸਾਰੇ ਆਦਮੀ ਸਾਰੀ ਦੁਨੀਆ ਨੂੰ ਭੁੱਲ ਕੇ ਕੰਮ ਕਰਦਾ ਹੈ। ਇਸ ਇੰਡਸਟਰੀ ਵਿੱਚ ਇਤਨੀ ਸ਼ਕਤੀ ਹੈ ਕਿ ਆਦਮੀ ਸਾਰੀ ਦੁਨੀਆ ਨੂੰ ਭੁੱਲ ਕੇ ਕੰਮ ਕਰਦਾ ਹੈ। ਹਜ਼ਾਰਾਂ ਬੇਕਾਰ ਐਕਟਰ ਤੇ ਆਰਟਿਸਟ ਦੋਸਤਾਂ ਨਾਲ ਰਹਿੰਦੇ ਹਨ।
ਉੱਥੇ ਹੀ ਰੋਟੀ ਖਾਂਦੇ ਤੇ ਉਹਨਾਂ ਨਾਲ ਹੀ ਸੌਂ ਜਾਂਦੇ ਹਨ। ਇਸ ਸ਼ੋਅ ਬਿਜ਼ਨਸ ਦੀ ਦੁਨੀਆ ਵਿੱਚ ਜਿੱਥੇ ਰੰਗ ਰੂਪ ਦੇ ਸੌਦੇ ਤੇ ਮਕਾਰੀ ਹੈ, ਜਿੱਥੇ ਗੱਲ ਕਟਵਾ ਮੁਕਾਬਲਾ ਤੇ ਹੇਰਾ ਫੇਰੀ ਹੈ, ਉੱਥੇ ਉਮੀਦ ਦੀ ਕਿਰਨ ਅਤੇ ਭਵਿੱਖ ਦੇ ਸੁਪਨੇ ਵੀ ਹਨ। ਇੱਕ ਅਜੀਬ ਰਲੋਰੀ ਦਾ ਰਾਗ ਤੁਹਾਨੂੰ ਥਾਪੜਦਾ ਹੈ ਤੇ ਭਵਿੱਖ ਦੇ ਸੁਨਹਿਰੇ ਮਹਿਲ ਤੇ ਬਾਰੀਆਂ ਦੀ ਝਾਤ ਪਾਉਂਦਾ ਹੈ। ਤੁਸੀਂ ਇੱਕ ਉੱਚ ਪੱਧਰੇ ਤੇ ਉੱਚੀ ਉਮੀਦ ਨਾਲ ਨਸ਼ਾਏ ਰਹਿੰਦੇ ਹੋ। ਸਰਕਾਰੀ ਦਫ਼ਤਰ ਵਿੱਚ ਇੱਕ ਕਲਰਕ ਕਦੇ ਵੱਡਾ ਅਫਸਰ ਬਣਨ ਦੇ ਖੁਆਬ ਨਹੀਂ ਲੈ ਸਕਦਾ। ਉਹ ਵੱਧ ਤੋਂ ਵੱਧ ਨਿੱਕਾ ਅਫਸਰ ਬਣ ਸਕਦਾ ਸੀ। ਉਸ ਨੂੰ ਪਤਾ ਹੈ ਕਿ ਉਸ ਦੀ ਸਾਲਾਨਾ ਤਰੱਕੀ 20 ਰੁਪਏ ਹੈ। ਉਮਰ ਦੀ ਪੌੜੀ ਦੇ ਟੁੰਬਿਆਂ ਨੂੰ ਗਿਣਦਾ ਹਰ ਟੰਬੇ ਉੱਤੇ ਰੁਕਦਾ ਆਖਿਰ ਕਿੱਥੇ ਪਹੁੰਚੇਗਾ। ਉਹ ਆਪਣੀ ਤਰੱਕੀਆਂ ਗਿਣ ਕੇ ਆਪਣੇ ਰਿਟਾਇਰ ਹੋਣ ਤੱਕ ਦਾ ਹਿਸਾਬ ਲਾ ਸਕਦਾ ਹੈ। ਉਸ ਨੂੰ ਪਤਾ ਹੈ ਕਿ ਉਸ ਦਾ ਭਵਿੱਖ ਇੱਕ ਨਿੱਕੇ ਜਿਹੇ ਘੇਰੇ ਅੰਦਰ ਹੈ, ਪਰ ਫਿਲਮ ਦੀ ਦੁਨੀਆ ਵਿੱਚ ਇੱਕ ਵੱਖਰੇ ਪ੍ਰਕਾਸ਼ ਦਾ ਉਤਸ਼ਾਹ ਤੇ ਹੌਸਲਾ ਹੁੰਦਾ ਹੈ। ਇੱਕ ਅਜੀਬ ਤਰੰਗ, ਇੱਕ ਧੜਕਣ, ਇੱਕ ਸਨਸਨੀ, ਇੱਕ ਉਮੀਦ ਜੋ ਤੁਹਾਨੂੰ ਅੱਗੇ ਤੋਂ ਅੱਗੇ ਤੋਰੀ ਲਾਈ ਰੱਖੇ। ਖੁੱਲ੍ਹ ਜਾ ਸਿਮ-ਸਿਮ ਦੇ ਮੰਤਰ ਨਾਲ ਭਵਿੱਖ ਦੀ ਗੁਫਾ ਦਾ ਬੂਹਾ ਕਦੇ ਵੀ ਖੁੱਲ੍ਹ ਸਕਦਾ ਹੈ। ਅੰਕ 11ਵਾਂ। ਜਦੋਂ ਮੈਂ ਮੁੰਬਈ ਤੋਂ ਮੁੜਿਆ ਤਾਂ ਦੇਖਿਆ ਕਿ ਮੇਰੇ ਸਾਰੇ ਕੱਪੜੇ ਮੇਰੇ ਪੜ੍ਹਨ ਵਾਲੇ ਨਿੱਕੇ ਕਮਰੇ ਦੀ ਅਲਮਾਰੀ ਵਿੱਚ ਟੰਗੇ ਪਏ ਸਨ। ਸਾਰੀਆਂ ਕਮੀਜ਼ਾਂ, ਕੋਟ ਤੇ ਪਤਲੂਨਾਂ। ਮੈਂ ਬਗੈਰ ਕੁਝ ਕਹੇ ਨਿੱਕੇ ਕਮਰੇ ਵਿੱਚ ਆ ਗਿਆ। ਇੱਥੇ ਹੀ ਕੰਮ ਕਰਦਾ ਤੇ ਇੱਥੇ ਹੀ ਸੌਂਦਾ। ਮੇਰੇ ਬੱਚੇ ਰਾਤ ਨੂੰ ਕਹਾਣੀ ਸੁਣਨ ਮੇਰੇ ਕਮਰੇ ਵਿੱਚ ਆ ਜਾਂਦੇ ਤੇ ਮੇਰੇ ਨਾਲ ਲਾਡ ਕਰਦੇ। ਜਿਨੀ ਦੂਜੇ ਕਮਰੇ ਵਿੱਚ ਬੈਠੀ ਕੱਪੜੇ ਪ੍ਰੈਸ ਕਰਦੀ ਜਾਂ ਡਰੈਸ ਸਿਉਂਦੀ ਜਾਂ ਆਪਣੀ ਨਿੱਕੀ ਕਾਪੀ ਵਿੱਚ ਭਾਂਤ-ਭਾਂਤ ਦੇ ਖਾਣੇ ਪਕਾਉਣ ਦੀਆਂ ਤਰਕੀਬਾਂ ਨੋਟ ਕਰਦੀ। ਮੈਂ ਉਸ ਦੇ ਕਮਰੇ ਦੇ ਦਰਵਾਜ਼ੇ ਉੱਤੇ ਦਸਤਕ ਦੇ ਕੇ ਅੰਦਰ ਦਾਖਲ ਹੁੰਦਾ। ਬਗੈਰ ਕਿਸੇ ਬਹਿਸ ਦੇ ਅਸੀਂ ਦੋਵਾਂ ਨੇ ਨਵਾਂ ਉੱਪਰ ਰਿਸ਼ਤਾ ਸਵੀਕਾਰ ਕਰ ਲਿਆ ਸੀ। ਮੈਂ ਆਪਣੇ ਨਿੱਕੇ ਕਮਰੇ ਵਿੱਚ ਬੈਠਾ ਚਾਹ ਪੀਂਦਾ, ਪਰ ਮੇਰਾ ਸਾਰਾ ਵਜੂਦ ਖਿੜਕੀ ਵਿੱਚੋਂ ਉੱਡ ਕੇ ਕੱਚੀ ਬੰਗਡੰਡੀ ਉੱਤੇ ਜਾ ਖੜੋਂਦਾ ਤੇ ਰਾਜੀ ਨੂੰ ਉਡੀਕਦਾ। ਮੈਂ ਪੁਤਲੇ ਵਾਂਗ ਬੈਠਾ ਅਖਬਾਰ ਪੜ੍ਹਦਾ, ਅੱਧ ਲਿਖੀ ਕਹਾਣੀ ਦੇ ਵਰਕੇ ਪਰਤਦਾ, ਸ਼ੀਸ਼ੇ ਅੱਗੇ ਖੜ੍ਹਾ ਹੋ ਕੇ ਸ਼ੇਵ ਕਰਦਾ ਤੇ ਆਪਣੀਆਂ ਟੱਡੀਆਂ ਹੋਈਆਂ ਅੱਖਾਂ 'ਤੇ ਖਿੱਚੀ ਹੋਈ ਗੱਲ ਨੂੰ ਦੇਖਦਾ, ਜਿੱਥੋਂ ਦੀ ਜ਼ਿਲਡ ਬਲੇਡ ਸੁਹਾਗਾ ਫੇਰਦਾ ਹੋਇਆ ਲੰਘਦਾ। ਮੇਰੇ ਵਜੂਦ ਦਾ ਇੱਕ ਹਿੱਸਾ ਜਿਨੀ ਦੇ ਬੈੱਡਰੂਮ ਵਿੱਚ ਹੋ ਰਹੇ ਕਾਰਜ ਨੂੰ ਦੇਖਦਾ। ਜਿਨੀ ਆਪਣੇ ਵਾਲਾਂ ਨੂੰ ਬਰੱਸ਼ ਕਰ ਰਹੀ ਸੀ, ਟਿਮਕਣਿਆਂ ਵਾਲਾ ਰੇਸ਼ਮੀ ਰੁਮਾਲ ਬੰਨ੍ਹ ਰਹੀ ਸੀ। ਉਸਦੇ ਪਤਲੇ ਪੈਰਾਂ ਦੀ ਚਾਪ, ਬੱਚਿਆਂ ਨੂੰ ਚੁੰਮਣ ਅਤੇ ਲੋਹੇ ਦੇ ਫਾਟਕ ਦੇ ਬੰਦ ਹੋਣ ਦੀ ਆਵਾਜ਼, ਠਣਕ। ਫਿਰ ਮੈਂ ਉਸ ਨੂੰ ਸਾਈਕਲ ਉੱਤੇ ਖੁਸ਼ੀ-ਖੁਸ਼ੀ ਜਾਂਦੀ ਨੂੰ ਦੇਖਦਾ। ਉਸਦੇ ਰੇਸ਼ਮੀ ਵਾਲਾਂ ਦੀ ਗੁੱਤ ਜਿਸ ਨੂੰ ਪਰਾਂਦੇ ਦੀ ਥਾਂ ਚਾਂਦੀ ਦੇ ਛੱਲੇ ਨੇ ਸਾਂਭਿਆ ਹੁੰਦਾ ਸੀ। ਉਸਨੇ ਪਹਿਲਾਂ ਵਾਲਾਂ ਦਾ ਰੇਸ਼ਮੀ ਆਬਸ਼ਾਰ ਗੁਲਾਬ ਛੱਡ ਦਿੱਤਾ ਸੀ। ਹੁਣ ਉਸਨੇ ਸੁਨਹਿਰੀ ਵਾਲਾਂ ਨੂੰ ਕੱਸ ਕੇ ਗੁੱਤ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਬੈਠੀ ਦੁਸਹਿਰੀ ਅੰਬ ਖਾ ਰਹੀ ਸੀ, ਪੀਲੇ ਸੰਦੂਰੀ ਗੁੱਦੇ ਨੂੰ ਚਾਂਦੀ ਦੇ ਲੰਬੇ ਚਮਚ ਨਾਲ ਖੁਰਚ ਕੇ। ਉਹ ਬੈਠੀ ਉਸੇ ਤਰ੍ਹਾਂ ਮਗਨ ਅੰਬ ਖਾਂਦੀ ਰਹੀ। ਮੈਂ ਉਸ ਕੋਲ ਜਾ ਖੜ੍ਹਾ ਹੋਇਆ ਤਾਂ ਉਹ ਮੇਰੇ ਵੱਲ ਦੇਖਿਆ ਜਿਵੇਂ ਉਹ ਮੈਨੂੰ ਨਹੀਂ, ਮੇਰੇ ਵਿੱਚੋਂ ਦੀ ਚੀਰਵੀਂ ਨਜ਼ਰ ਨਾਲ ਦੂਰ ਕਿਸੇ ਦੂਜੀ ਚੀਜ਼ ਨੂੰ ਤੱਕ ਰਹੀ ਹੋਵੇ। ਉਸਦਾ ਮਨ ਕਿਸੇ ਹੋਰ ਥਾਂ 'ਤੇ ਸੀ। ਮੈਂ ਚਾਹੁੰਦਾ ਸਾਂ ਕਿ ਉਹ ਕੁਝ ਬੋਲੇ, ਕੁਝ ਕਹੇ, ਕੁਝ ਹੀ, ਆਪਣੀ ਮਿਊਜ਼ਿਕ ਬਾਰੇ, ਚਰਚ ਬਾਰੇ, ਔਰਤਾਂ ਦੀ ਕਲੱਬ ਬਾਰੇ, ਪਰ ਉਸਨੇ ਆਪਣੀ ਚੁੱਪ ਨਾ ਤੋੜੀ। ਕਮਰੇ ਦੀ ਹਵਾ ਵਿੱਚ ਦੁਸ਼ਮਣੀ ਲਰਜ਼ ਰਹੀ ਸੀ। ਕੰਡਿਆਂ ਦੀ ਵਾੜ ਵਰਗਾ ਸੀ ਵਾਤਾਵਰਨ। ਮੈਂ ਕੁਝ ਨਾ ਬੋਲਿਆ। ਉਸਦੀ ਕਠੋਰ ਨਜ਼ਰ ਵਿੱਚ ਇੱਕ ਸੰਗੀਨ ਨਿਸ਼ਚਾ ਸੀ, ਇੱਕ ਅਟੱਲ ਫੈਸਲਾ। ਉਸਨੇ ਆਪਣੇ ਖੰਭ ਸਮੇਟ ਲਏ ਸਨ ਤੇ ਆਪਣੀ ਪੂਰੀ ਸ਼ਖਸੀਅਤ ਨੂੰ ਘੁੱਟ ਕੇ ਬੰਦ ਕਰ ਲਿਆ ਸੀ, ਆਪਣੀ ਅੰਦਰਲੀ ਦੁਨੀਆ ਨੂੰ। ਜਦੋਂ ਮੈਂ ਘਰ ਵਿੱਚ ਹੁੰਦਾ ਤਾਂ ਹਰ ਚੀਜ਼ ਪੋਲੇ-ਪੋਲੇ ਤੇ ਮੱਠੀ-ਮੱਠੀ ਤੁਰਦੀ। ਸਾਰੇ ਕਾਰਜ ਸਾਹ ਰੋਕੀ ਭਰਦੇ। ਹਰ ਚੀਜ਼ ਦੱਬੀ-ਦੱਬੀ, ਹਰ ਆਵਾਜ਼ ਧੀਮੀ-ਧੀਮੀ, ਹਰ ਚੀਜ਼ ਪੁਣ-ਛੁਣ ਕੇ ਆਉਂਦੀ। ਇਉਂ ਲੱਗਦਾ ਜਿਵੇਂ ਸਾਰੇ ਘਰ ਦੀ ਸ਼ਕਤੀ ਨੂੰ ਕੋਈ ਚਾਬੀ ਦੇਣਾ ਭੁੱਲ ਗਿਆ ਹੋਵੇ। ਮੇਰੀ ਜ਼ਿੰਦਗੀ ਅੰਦਰੇ ਅੰਦਰ ਬਦਲ ਗਈ। ਮੈਂ ਘਟਨਾਵਾਂ ਨੂੰ ਵਾਪਰਦੇ ਤੱਕ ਰਿਹਾ ਸਾਂ ਜੋ ਖੁਦ ਬਖੁਦ ਵਾਪਰ ਰਹੀਆਂ ਸਨ। ਮੈਂ ਬਸ ਸਮਾਂ ਟਪਾ ਰਿਹਾ ਸਾਂ, ਨਾ ਕਿਸੇ ਚੀਜ਼ ਨੂੰ ਰੋਕਦਾ, ਨਾ ਉਸਦਾ ਜਾਇਜ਼ਾ ਲੈਂਦਾ। ਮੈਂ ਦੂਸਰੇ ਲੋਕਾਂ ਨੂੰ ਆਪਣੇ ਘਰ ਖਾਣੇ ਜਾਂ ਚਾਹ 'ਤੇ ਵੀ ਨਹੀਂ ਸੀ ਬੁਲਾਉਂਦਾ। ਬਹੁਤਾ ਸਮਾਂ ਥੀਏਟਰ ਵਿੱਚ ਹੀ ਗੁਜ਼ਾਰਦਾ। ਮੈਂ ਕੋਈ ਕਿਤਾਬ ਹੀ ਨਹੀਂ ਸੀ ਪੜ੍ਹਦਾ, ਨਾ ਹੀ ਕੁਝ ਲਿਖਣ ਨੂੰ ਜੀਅ ਕਰਦਾ। ਬੈਠਾ ਹੋਇਆ ਚਾਹ ਪੀਂਦਾ ਤੇ ਦੂਰ ਖਿੜਕੀ ਵਿੱਚੋਂ ਅਸਮਾਨ ਦੇ ਦਰੱਖਤਾਂ ਨੂੰ ਤੱਕਦਾ। ਅਜੀਬ-ਅਜੀਬ ਗੱਲਾਂ ਮੇਰੇ ਵਿੱਚ ਆਉਂਦੀਆਂ। ਅਜੀਬ-ਅਜੀਬ ਖਿਆਲ ਮੇਰੇ ਮਨ ਵਿੱਚ ਉੱਭਰਦੇ। ਲੱਖਾਂ ਕਰੋੜਾਂ ਬਿੰਬ ਮੇਰੇ ਮਨ 'ਤੇ ਉੱਭਰਦੇ ਤੇ ਖੁਰ ਜਾਂਦੇ। ਤਰੋੜੇ ਹੋਏ ਰੰਗਾਂ ਦੇ ਰੂਪ, ਜਜ਼ਬਿਆਂ ਦਾ ਹੜ੍ਹ। ਮੈਂ ਚਾਹੁੰਦਾ ਸਾਂ ਕਿ ਕੋਈ ਅਜਿਹਾ ਯੰਤਰ ਹੋਵੇ ਜੋ ਮੇਰੇ ਤੇਜ਼ ਖਿਆਲਾਂ ਨੂੰ ਸਿੱਧਾ ਟੇਪ ਕਰ ਲਵੇ। ਮੇਰੇ ਹਵਾ ਪਿਆਜੀ ਖਿਆਲਾਂ ਦੇ ਲੱਖਾਂ ਚਿੱਤਰਾਂ ਨੂੰ ਕੋਈ ਫੋਟੋਸਟੇਟ ਕਰ ਲਵੇ। ਇਹ ਖਿਆਲ ਜਿਨ੍ਹਾਂ ਨੂੰ ਮੈਂ ਫੜ ਨਹੀਂ ਸੀ ਸਕਦਾ। ਮੈਂ ਆਪ ਮੁਹਾਰੇ ਉਗਮਦੇ ਅਤੇ ਗੁਆਚੇ ਜਾਂਦੇ। ਜਦੋਂ ਮੈਂ ਇਹਨਾਂ ਨੂੰ ਲਿਖਣ ਬੈਠਦਾ ਤਾਂ ਫਿਕਰੇ ਤਰਾਸ਼ਦਾ ਤਾਂ ਇਹਨਾਂ ਖਿਆਲਾਂ ਦਾ ਰੂਪ ਬਦਲ ਜਾਂਦਾ। ਇਹ ਕੁਝ ਹੋਰ ਦੇ ਹੋਰ ਹੋ ਜਾਂਦੇ। ਮੈਂ ਇੱਕ ਪੈਰਾ ਲਿਖਦਾ ਤੇ ਮੇਰੇ ਮਾਨਸਿਕ ਤਜਰਬੇ ਦੀ ਸਿੱਦਤ ਖਤਮ ਹੋ ਜਾਂਦੀ।
ਮੇਰੀ ਲਿਖਤ ਝੂਠੀ ਹੋ ਕੇ ਫੋਕੀ ਹੋ ਜਾਂਦੀ। ਮੇਰੀ ਲਿਖਤ ਝੂਠੀ ਤੇ ਫੋਕੀ ਜਾਪਦੀ। ਇੱਕ ਵਾਰ ਮੈਂ ਲੇਕ ਰੋਡ ਦੇ ਕਾਰ ਵਿੱਚ ਜਾ ਰਿਹਾ ਸੀ ਤਾਂ ਮੈਂ ਦੇਖਿਆ ਜਿਨੀ ਸਾਈਕਲ 'ਤੇ ਜਾ ਰਹੀ ਸੀ ਅਤੇ ਨਾਲ ਉਹੀ ਆਦਮੀ। ਦੋਵਾਂ ਨਾਲ ਸਾਈਕਲਾਂ ਉੱਤੇ ਮੇਰੇ ਅੱਗੇ ਜਾ ਰਹੇ ਸਨ। ਮੈਂ ਕਾਰ ਨੂੰ ਧੀਮੀ ਕਰ ਲਿਆ। ਉਹ ਦੋਵੇਂ ਆਪਣੀ ਨਿੱਤ ਦੀ ਸ਼ਾਮ ਦੀ ਸੈਰ ਲਈ ਜਾ ਰਹੇ ਸਨ। ਮੈਂ ਉਹਨਾਂ ਦੇ ਪਿੱਛੇ ਨਹੀਂ ਸੀ ਜਾਣਾ ਚਾਹੁੰਦਾ, ਨਾ ਰੁਕਣਾ ਚਾਹੁੰਦਾ ਸੀ। ਮੈਂ ਕਾਰ ਨੂੰ ਤੇਜ਼ੀ ਨਾਲ ਚਲਾ ਕੇ ਲੰਘ ਗਿਆ, ਜਿਵੇਂ ਮੈਂ ਉਹਨਾਂ ਨੂੰ ਦੇਖਿਆ ਹੀ ਨਾ ਹੋਵੇ। 1 ਮੀਲ ਪਿੱਛੋਂ ਮੈਂ ਮੋੜ ਕੱਟਿਆ ਅਤੇ ਬਗੈਰ ਕਿਸੇ ਮਤਲਬ ਜਾਂ ਇਰਾਦੇ 'ਤੇ ਕਾਰ ਚਲਾਉਂਦਾ ਫਿਰਦਾ ਰਿਹਾ ਅਤੇ ਆਖਰ ਇੱਕ ਦੋਸਤ ਦੀ ਕੋਠੀ ਚਲਾ ਗਿਆ ਜੋ ਗੌਰਮੈਂਟ ਦਾ ਵੱਡਾ ਅਫਸਰ ਸੀ। ਮੈਂ ਉਸਦੇ ਡਰਾਇੰਗ ਰੂਮ ਵਿੱਚੋਂ ਗੱਲਾਂ ਦੀ ਚਹਿਚਹਾਟ ਅਤੇ ਹਾਸੀ ਸੁਣੀ। ਸ਼ਾਇਦ ਕੋਈ ਪਾਰਟੀ ਹੋ ਰਹੀ ਸੀ। ਮੇਰੇ ਦੋਸਤ ਨੇ ਮੈਨੂੰ ਖੁਸ਼ੀ ਨਾਲ ਜੱਫੀ ਪਾਈ ਅਤੇ ਆਪਣੇ ਮਹਿਮਾਨਾਂ ਨਾਲ ਤੁਆਰਫ ਕਰਵਾਇਆ। ਨਾਲ ਹੀ ਮੇਰੇ ਲਈ ਇੱਕ ਪੈਗ ਤਿਆਰ ਕੀਤਾ। ਮੈਂ ਵਿਸਕੀ ਦੇ ਘੁੱਟ ਹੌਲੀ ਭਰ ਰਿਹਾ ਸੀ ਅਤੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਰਿਹਾ ਸੀ। ਪੱਛਮੀ ਸੰਗੀਤ ਦੇ ਹਲਕੇ ਸੁਰ ਗੂੰਜ ਰਹੇ ਸਨ। ਮਹਿਮਾਨਾਂ ਵਿੱਚੋਂ ਕਿਸੇ ਵੱਡੀ ਪੋਲਟਰੀ ਫਾਰਮ ਦਾ ਮਾਲਕ ਸੀ ਅਤੇ ਨਾਲ ਹੀ ਉਸਦੀ ਹਸੀਨ ਬੀਵੀ, ਇੱਕ ਡਾਕਟਰ, ਇੱਕ ਪੰਛੀਆਂ ਦਾ ਮਾਹਰ, ਇੱਕ ਪੁਲਿਸ ਅਫਸਰ ਅਤੇ ਉਸਦੀ ਨੌਜਵਾਨ ਬੀਵੀ। ਗੱਲਬਾਤ ਵਿੱਚ ਹਾਸੀ ਅਤੇ ਰੰਗੀਨ ਰੌਲਾ ਸੀ। ਗਾਲਫ, ਸੋਨਾਵਰ, ਸਕੂਲ, ਡਿਸਪੈਂਸਰੀ, ਰੋਜ਼ ਗਾਰਡਨ, ਹਾਰਟ ਐਟਕ, ਮਿਊਜ਼ਿਕ, ਅਰਬ ਦੇ ਸ਼ੇਖ। ਮੈਂ ਆਪਣੇ ਖਿਆਲਾਂ ਵਿੱਚ ਗੁੰਮ ਬੈਠਾ ਸੀ। ਉਹਨਾਂ ਦੀ ਗੱਲਬਾਤ ਦਾ ਕੋਈ ਛਿੱਟਾ ਮੇਰੇ 'ਤੇ ਪੈਂਦਾ, ਜਿਵੇਂ ਸਾਬਣ ਦੇ ਟੱਬ ਵਿੱਚੋਂ ਰੇਸ਼ਮੀ ਬਲਾਊਜ਼ ਕਿਤੋਂ ਝਾਤੀਆਂ ਮਾਰਨ। ਮੈਂ ਆਪਣੇ ਖਿਆਲਾਂ ਵਿੱਚ ਮਸਤ ਕੁਝ ਹੋਰ ਹੀ ਸੋਚ ਰਿਹਾ ਸੀ। ਜੰਨਤ ਘਾਹ ਦੇ ਮੈਦਾਨ ਵਿੱਚ ਤਿਤਲੀਆਂ ਫੜਦੀ ਦੌੜ ਰਹੀ ਸੀ। ਮਨੂੰ ਰੰਗਦਾਰ ਗੱਤੇ ਦੇ ਘਰ ਬਣਾ ਰਿਹਾ ਸੀ। ਜ਼ੀਨੀ ਦੁਸਹਿਰੀ ਅੰਬ ਖਾ ਰਹੀ ਸੀ। 2 ਸਾਈਕਲ ਨਾਲ ਬੰਟਿਆਂ ਵਰਗੀਆਂ 2 ਅੱਖਾਂ ਅਤੇ ਇਹਨਾਂ ਉੱਤੇ ਬਾਨ ਵਾਲੀਆਂ ਕਿਸ਼ਤੀਆਂ, ਸਪੇਸ ਨੀਡਲ, ਚੀੜ ਦੇ ਦਰਖਤ, ਫਰੀਵੇ, ਧੁੰਦ। ਮੈਂ ਆਪਣੇ ਉਨੀਂਦਰੇ ਖਿਆਲਾਂ ਵਿੱਚ ਦੀ ਦੁਨੀਆ ਵਿੱਚ ਚੌਂਕ ਕੇ ਜਾਗਿਆ। ਪੰਛੀਆਂ ਦਾ ਮਾਹਿਰ ਜੋਸ਼ ਵਿੱਚ ਬੋਲ ਰਿਹਾ ਸੀ। ਜਰਾ ਸੋਚੋ, ਸਾਇਬੇਰੀਆ ਦੀ ਬਰਫਾਨੀ ਕੂੰਜ ਇੱਕੋ ਸਾਹ 6000 ਮੀਲ ਉੱਡ ਸਕਦੀ ਹੈ। ਨਾ ਉਸਨੂੰ ਪਾਣੀ ਦੀ ਲੋੜ, ਨਾ ਖੁਰਾਕ ਦੀ। ਉਹ ਝੁੰਡਾਂ ਵਿੱਚ ਇਕੱਠੀਆਂ ਉੱਡਦੀਆਂ ਨੇ 30,000 ਫੁੱਟ ਦੀ ਬੁਲੰਦੀ 'ਤੇ। ਉਹਨਾਂ ਨੂੰ ਪਤਾ ਹੈ ਦਿਸ਼ਾ ਦਾ, ਫਾਸਲੇ ਦਾ, ਮੌਸਮ ਦਾ। ਉਹ ਸਾਇਬੇਰੀਆ ਤੋਂ ਉੱਤੇ ਬਰਫਾਂ ਵਿੱਚ ਆਂਡੇ ਦਿੰਦੀਆਂ ਹਨ ਅਤੇ ਫਿਰ ਉੱਡ ਕੇ ਯੂਰਪ ਆਉਂਦੀਆਂ, ਆਸਟ੍ਰੇਲੀਆ ਪਹੁੰਚ ਜਾਂਦੀਆਂ ਹਨ। ਜਦੋਂ ਮੌਸਮ ਬਦਲਦਾ ਹੈ ਤਾਂ ਮੁੜ ਆਉਂਦੀਆਂ ਆਪਣੇ ਵਤਨਾਂ ਨੂੰ। ਇਤਨੇ ਵਿੱਚ ਇਹਨਾਂ ਦੇ ਆਂਡੇ ਫੁੱਟ ਕੇ ਚੂਜੇ ਨਿਕਲ ਆਉਂਦੇ ਹਨ। ਮਾਵਾਂ ਆਪਣੇ ਚੂਜਿਆਂ ਨੂੰ ਪਛਾਣ ਲੈਂਦੀਆਂ ਹਨ। ਹਜ਼ਾਰਾਂ ਚੂਜਿਆਂ ਵਿੱਚੋਂ ਆਪਣੇ ਬੱਚੇ, ਉਹੀ ਰੰਗ, ਉਹੀ ਸ਼ਕਲ। ਸਭ ਦੀ ਕਮਾਲ ਹੈ, ਇਹਨਾਂ ਪੰਛੀਆਂ ਦੇ ਸਿਰਾਂ ਵਿੱਚ ਕੰਪਿਊਟਰ ਲੱਗੇ ਹੁੰਦੇ ਹਨ। ਇਹਨਾਂ ਦੀਆਂ ਅੱਖਾਂ ਵਿੱਚ ਟੈਲੀਫੋਨੋ ਲੈਂਜ਼, ਕੁਦਰਤ ਦਾ ਸੂਖਮ ਰਡਾਰ ਸਿਸਟਮ। ਮੈਂ ਇਹ ਗੱਲਾਂ ਸੁਣ ਕੇ ਬਹੁਤ ਹੈਰਾਨ ਹੋਇਆ। ਮੈਂ ਪੁੱਛਿਆ, ਜੇ ਇਹ ਪੰਛੀ ਮਾਊਂਟ ਐਵਰੈਸਟ ਤੋਂ ਵੀ ਉੱਚਾ ਉੱਡਦੇ ਨੇ ਤਾਂ ਇਹ ਠੰਡ ਨਾਲ ਸੁੰਨ ਕਿਉਂ ਨਹੀਂ ਹੋ ਜਾਂਦੇ? ਨਹੀਂ, ਇਹ ਅਡਾਰੀ ਵਿੱਚ ਹੁੰਦੇ ਹਨ। ਸਾਰਾ ਸਰੀਰ ਹਰਕਤ ਵਿੱਚ। ਉੱਡਦੇ ਵੀ ਸੌਂ ਲੈਂਦੇ ਨੇ। ਮੈਨੂੰ ਜਰਾ ਇਸ ਪੰਛੀ ਬਾਰੇ ਹੋਰ ਵੀ ਦੱਸੋ। ਬਿਲਕੁਲ ਪਰੀਆਂ ਦੀ ਕਹਾਣੀ ਲੱਗਦੀ ਹੈ। ਉਹ ਬੋਲਿਆ, ਇਹ ਕੂੰਜ ਨਿੱਕਾ ਜਿਹਾ ਪੰਛੀ ਹੈ, ਪਤਲਾ, ਮਸਾਂ 15 ਇੰਚ ਲੰਮਾ, ਪਰ ਉੱਡਣ ਲੱਗੇ ਇਸ ਦੇ ਖੰਭ 3 ਫੁੱਟ ਤੱਕ ਵਿਛ ਜਾਂਦੇ ਹਨ। ਚਿੱਟੇ, ਕਾਲੇ ਅਤੇ ਸਲੇਟੀ ਰੰਗ ਦੇ। ਪੂੰਛ ਲੰਮੀ ਅਤੇ ਦਮੂਹੀ। ਪਰਵਾਜ਼ ਵਿੱਚ ਬਹੁਤ ਬਾਂਕਾਪਨ। ਅਸੀਂ ਪੰਛੀ ਪ੍ਰੇਮੀਆਂ ਲਈ ਇੱਕ ਸੁਸਾਇਟੀ ਬਣਾ ਰਹੇ ਹਾਂ। ਤੂੰ ਬਣੇਗਾ ਇਸ ਦਾ ਮੈਂਬਰ? ਇਸ ਜਥੇਬੰਦੀ ਦੇ ਜਾਲ ਵਿੱਚ ਮੈਂ ਨਹੀਂ ਸੀ ਫਸਣਾ ਚਾਹੁੰਦਾ। ਮੈਨੂੰ ਇਉਂ ਲੱਗਿਆ ਜਿਵੇਂ ਮੈਂ ਖੁਦ ਇੱਕ ਪੰਛੀ ਹੋਵਾਂ ਅਤੇ ਇਹ ਮੈਨੂੰ ਫੜਨਾ ਚਾਹੁੰਦੇ ਹੋਣ। ਮੈਂ ਸੁੰਗੜ ਗਿਆ ਅਤੇ ਮੇਰੇ ਖਿਆਲ ਖਿੰਡ ਗਏ। ਪੋਲਟਰੀ ਫਾਰਮ ਦੇ ਮਾਲਕ ਦੀ ਬੀਵੀ ਦਾ ਨਾਂ ਤਾਨੀ ਸੀ ਅਤੇ ਉਹ ਕਾਨਵੈਂਟ ਸਕੂਲ ਵਿੱਚ ਪੜ੍ਹੀ ਸੀ। ਪੱਛਮੀ ਸੰਗੀਤ ਦੀ ਆਸ਼ਕ। ਉਹਨਾਂ ਦਾ ਪੋਲਟਰੀ ਫਾਰਮ ਕਰਨਾਲ ਦੇ ਨੇੜੇ ਇੱਕ ਪਿੰਡ ਵਿੱਚ ਸੀ। ਬਹੁਤ ਵੱਡਾ ਫਾਰਮ ਸੀ ਜਿਸ ਵਿੱਚ ਫੁੱਲਾਂ ਵਾਲੇ ਦਰੱਖਤ ਅਤੇ ਪੌਦੇ ਸਨ। ਇੱਥੇ ਉਹ ਅਮਰੀਕਾ ਤੋਂ ਮੰਗਵਾਏ ਹੋਏ ਚੂਜ਼ਿਆਂ ਨੂੰ ਪਾਲ ਕੇ ਆਂਡੇ ਕੱਢਦੇ। ਇਹ ਆਂਡੇ ਫਿਰ ਚੂਜ਼ੇ ਬਣ ਜਾਂਦੇ ਅਤੇ ਇਸ ਤਰ੍ਹਾਂ ਅਮਰੀਕਨ ਚੂਜ਼ਿਆਂ ਦੀ ਨਸਲ ਪੀੜ੍ਹੀ ਦਰ ਪੀੜ੍ਹੀ ਤੁਰੀ ਆਉਂਦੀ ਸੀ। ਇਹਨਾਂ ਦੇ ਚੂਜ਼ੇ ਅਤੇ ਵੱਡੇ ਅੰਡੇ ਦੂਰ ਤੱਕ ਮਸ਼ਹੂਰ ਸਨ। ਇੱਕ ਵਾਰ ਮੈਂ ਦਿੱਲੀ ਤੋਂ ਵਾਪਸ ਆਉਂਦੇ ਹੋਏ ਉਹਨਾਂ ਕੋਲ ਰਾਤ ਰਿਹਾ। ਤੁਰਨ ਲੱਗੇ ਇਹਨਾਂ ਨੇ 12 ਦਰਜਨ ਤਾਜ਼ੇ ਆਂਡਿਆਂ ਦੀ ਟੋਕਰੀ ਮੈਨੂੰ ਤੋਹਫੇ ਵਜੋਂ ਦਿੱਤੀ। ਤਾਨੀ ਦਾ ਮਿਊਜ਼ਿਕ ਦਾ ਸ਼ੌਂਕ ਸੀ। ਉਸਦੇ ਪਤੀ ਨੇ ਆਪਣੀ ਪਿਆਰੀ ਬੀਵੀ ਲਈ ਕਰਨਾਲ ਦੇ ਇਲਾਕੇ ਦੀ ਸਖਤ ਧਰਤੀ ਉੱਤੇ ਖੂਬਸੂਰਤ ਏਅਰ ਕੰਡੀਸ਼ਨਰ ਬੰਗਲਾ ਬਣਾਇਆ। ਇਹ ਬੰਗਲਾ ਫਰਾਂਸੀਸੀ ਖਿੜਕੀਆਂ, ਪੱਛਮੀ ਸੰਗੀਤ, ਮਾਡਰਨ ਪੇਂਟਿੰਗ, ਮਾਡਰਨ ਕਿਚਨ ਅਤੇ ਮਾਡਰਨ ਸਮੱਗਰੀ ਨਾਲ ਸ਼ਿੰਗਾਰਿਆ ਹੋਇਆ ਸੀ। ਡਰਾਇੰਗ ਰੂਮ ਵਿੱਚ ਇੱਕ ਨਿੱਕੀ ਜਿਹੀ ਬਾਰ ਵੀ ਸੀ ਜਿੱਥੇ ਸਕਾਚ ਅਤੇ ਫਰਾਂਸੀਸੀ ਸ਼ਰਾਬਾਂ ਦੀਆਂ ਭਾਂਤ-ਭਾਂਤ ਦੀਆਂ ਬੋਤਲਾਂ ਸਜੀਆਂ ਹੋਈਆਂ ਸਨ। ਇਹ ਬੰਗਲਾ ਇਸ ਧਰਤੀ ਦੇ ਕਲਚਰਲ ਰੇਗਿਸਤਾਨ ਵਿੱਚ ਇੱਕ ਪ੍ਰਕਾਰ ਦਾ ਨਕਲੀ ਸਥਾਨ ਸੀ। ਹੁਣ ਤਾਨੀ ਸਲਵਾਰ ਕਮੀਜ਼ ਪਾਈ ਹੋਈ ਇਸ ਪਾਰਟੀ ਵਿੱਚ ਬੈਠੀ ਸੀ। ਉਸਨੇ ਸਿਆਹ ਵਾਲ ਖਿੱਚ ਕੇ ਜੂੜਾ ਕੀਤਾ ਹੋਇਆ ਸੀ ਜਿਸ ਵਿੱਚ ਉਸਦਾ ਜੈਤੂਨੀ ਚਿਹਰਾ ਅਤੇ ਬਦਾਮੀ ਅੱਖਾਂ ਚਮਕ ਰਹੀਆਂ ਸਨ। ਉਹ ਆਹ ਭਰ ਕੇ ਬੋਲੀ, ਹਾਏ ਕਿੰਨਾ ਚੰਗਾ ਮਿਊਜ਼ਿਕ ਹੈ। ਇਸ ਵਿੱਚ ਦਿਲ ਖਿੱਚਵਾਂ ਜਜ਼ਬਾ ਹੈ, ਨਰਮ, ਦਿਲਕਸ਼, ਜਿਵੇਂ ਮੇਰੇ ਬਾਗ ਦੀਆਂ ਚਿੱਟੀਆਂ ਕਲੀਆਂ ਦੀ ਮਹਿਕ। ਤੂੰ ਦੇਖਿਆ ਨੇ?
ਤੂੰ ਦੇਖਿਆ ਨੇ ਕਦੇ ਇਹ ਕਲੀਆਂ? ਨਹੀਂ, ਮੈਂ ਉੱਤਰ ਦਿੱਤਾ। ਇਹਨਾਂ ਨੂੰ ਬੈਥਲਹਿਮ ਦੀਆਂ ਕਲੀਆਂ ਆਖਦੇ ਹਨ, ਜਾਂ ਕੁਆਰੀ ਮੈਡੋਨਾ ਦੀਆਂ ਕਲੀਆਂ। ਉਹ ਬੋਲੀ, ਇਹਨਾਂ ਦੀ ਮਹਿਕ ਰਾਤ ਨੂੰ ਸਾਡੇ ਬਾਗ ਵਿੱਚੋਂ ਸਾਡੇ ਬੈੱਡਰੂਮ ਵਿੱਚ ਆਉਂਦੀ ਹੈ। ਇਹ ਮਹਿਕ ਬੜੀ ਗੁਪਤ ਮਹਿਕ ਹੈ। ਅੱਧੀ ਰਾਤ ਨੂੰ ਸਾਲ ਵਿੱਚ ਇੱਕ ਵਾਰ ਕਲੀਆਂ ਖਿੜਦੀਆਂ ਨੇ, ਪੂਰਨਮਾਸ਼ੀ ਦੀ ਰਾਤ ਨੂੰ, ਜਿਵੇਂ ਸਹਿਰਾਂ ਵਿੱਚ ਹਿਰਨ ਤੇ ਹਿਰਨੀ ਪ੍ਰੇਮ ਕਰ ਰਹੇ ਹੋਣ। ਕਸਤੂਰੀ ਦੀ ਮਹਿਕ ਖਿੰਡ ਜਾਂਦੀ ਹੋਵੇ ਹਵਾ ਵਿੱਚ, ਵਾਸਨਾ ਦੀ ਮਹਿਕ। ਇਹ ਕਲੀਆਂ ਸਾਲ ਭਰ ਉਡੀਕਦੀਆਂ ਨੇ ਇਸ ਘੜੀ ਨੂੰ। ਇਹ ਖਿੜਦੀਆਂ ਨੇ, ਇਹਨਾਂ ਦੇ ਪੱਤੀਆਂ ਖੁੱਲ੍ਹਦੀਆਂ ਨੇ ਪੂਰੇ ਸ਼ਬਾਬ ਵਿੱਚ, ਅਤੇ ਇਹ ਫਿਰ ਮੁਰਝਾ ਕੇ ਡਿੱਗ ਪੈਂਦੀਆਂ ਨੇ। ਇਹਨਾਂ ਨੂੰ ਦੇਖ ਕੇ ਮੈਨੂੰ ਜਾਪਾਨ ਦਾ ਸਮੂਰਾਈ ਯਾਦ ਆਉਂਦਾ ਹੈ। ਜਾਪਾਨ ਦੀ ਪਰੰਪਰਾ ਵਿੱਚ ਪਲਿਆ ਹੋਇਆ ਸੂਰਬੀਰ, ਜੋ ਆਪਣੇ ਜਿਸਮ ਨੂੰ ਸੋਧ ਕੇ ਸੁਡੇਲ ਤੇ ਬਾਂਕਾ ਬਣਾਉਂਦਾ ਹੈ ਅਤੇ ਫਿਰ ਭਰਪੂਰ ਜੋਬਨ ਵਿੱਚ ਖੁਦਕੁਸ਼ੀ ਕਰ ਲੈਂਦਾ ਹੈ। ਇਹ ਫਲਸਫਾ ਹੈ ਜਵਾਨ ਰੁੱਤੇ ਮਰਨ ਦਾ। ਪੂਰਨ ਸੁੰਦਰਤਾ ਦੇ ਸਿਖਰ 'ਤੇ ਪੁੱਜ ਕੇ ਆਪਣੇ ਆਪ ਨੂੰ ਖਤਮ ਕਰਨ ਦਾ ਬੰਦਾ ਇਹਨਾਂ ਕੁਆਰੀਆਂ ਕਲੀਆਂ ਤੋਂ ਵੀ ਜੀਵਨ ਦੀ ਜਾਂਚ ਸਿੱਖਦਾ ਹੈ। ਗੱਲਬਾਤ ਫਿਰ ਪਰਿੰਦਿਆਂ, ਪੰਛੀਆਂ ਅਤੇ ਕਲੀਆਂ ਬਾਰੇ ਹੁੰਦੀ ਜਾ ਰਹੀ ਸੀ, ਜੋ ਮੇਰੀ ਜ਼ਿੰਦਗੀ ਤੋਂ ਬਹੁਤ ਦੂਰ ਸੀ। ਮੈਨੂੰ ਇਹ ਬਹੁਤ ਦਿਲਚਸਪ ਲੱਗੀ। ਇਹ ਜੀਵਨ ਦੇ ਉਸ ਪੱਖ ਦੀ ਝਾਕੀ ਸੀ ਜਿਸ ਤੋਂ ਮੈਂ ਜਾਣੂ ਨਾ ਸਾਂ। ਉਸ ਰਾਤ ਮੈਂ ਬਹੁਤ ਚਿਰਕੇ ਘਰ ਮੁੜਿਆ। ਮੈਂ ਆਪਣੇ ਲਾਨ ਵਿੱਚ ਬੈਠਾ ਇੱਕ ਔਰਤ ਨੂੰ ਚਿੱਠੀ ਲਿਖ ਰਿਹਾ ਸੀ ਕਿ ਜੰਨਤ ਨੇ ਤੇ ਮੰਨੂ ਦੌੜੇ ਆਏ, ਪਾਪਾ ਅਸੀਂ ਅਮਰੀਕਾ ਜਾ ਰਹੇ ਹਾਂ। ਮੈਂ ਚਿੱਠੀ ਲਿਖਣੀ ਬੰਦ ਕਰ ਦਿੱਤੀ ਤੇ ਬੱਚਿਆਂ ਵੱਲ ਧਿਆਨ ਦਿੱਤਾ ਜੋ ਖੁਸ਼ੀ ਨਾਲ ਉਛਲ ਰਹੇ ਸਨ। ਜੰਨਤ ਬੋਲੀ, ਅਸੀਂ ਅਮਰੀਕਾ ਜਾ ਰਹੇ ਹਾਂ, ਤੂੰ ਵੀ ਚੱਲੇਗਾ ਸਾਡੇ ਨਾਲ ਪਾਪਾ? ਮੈਂ ਜੰਨਤ ਨੂੰ ਗੋਦੀ ਵਿੱਚ ਚੁੱਕ ਲਿਆ ਤੇ ਉਸਦੇ ਗਲ ਉੱਤੇ ਹਲਕਾ ਜਿਹਾ ਚੁੰਮਣ ਦਿੱਤਾ। ਉਹ ਗੁੱਸੇ ਨਾਲ ਬੋਲੀ, ਦੱਸ ਨਾ ਪਾਪਾ। ਮੈਂ ਆਖਿਆ, ਅਗਲੇ ਸਾਲ ਆਵਾਂਗਾ। ਕਿਉਂ ਪਾਪਾ? ਤਾਂ ਫਿਰ ਅਸੀਂ ਨਹੀਂ ਜਾਂਦੇ। ਜੇ ਤੇਰੀ ਮੰਮੀ ਨੇ ਮਜਬੂਰ ਕੀਤਾ ਫਿਰ ਮੈਂ ਗਰਾਜ ਵਿੱਚ ਲੁਕ ਜਾਵਾਂਗੀ। ਜੰਨਤ ਨੇ ਮੇਰੀ ਠੋਡੀ ਫੜ ਲਈ ਤੇ ਮੇਰੀਆਂ ਗੱਲਾਂ ਨੂੰ ਨਿੱਕੀ ਨਿੱਕੀ ਥਾਪੀ ਦਿੱਤੀ। ਉਹ ਕੁਝ ਦੇਰ ਇਸੇ ਤਰ੍ਹਾਂ ਮੈਨੂੰ ਥਪਕਦੀ ਰਹੀ ਤੇ ਫਿਰ ਅਚਾਨਕ ਬੋਲੀ, ਪਾਪਾ ਸੁਰਤੀ ਮਰ ਗਈ। ਉਹ ਬੁੱਢੀ ਸੀ, ਹੁਣ ਉਹ ਰੱਬ ਕੋਲ ਬੈਠੀ ਏ, ਬਹੁਤ ਖੁਸ਼ ਹੈ ਉਹ। ਤੈਨੂੰ ਕੌਣ ਦੱਸਦਾ ਇਹੋ ਜਿਹੀਆਂ ਗੱਲਾਂ? ਮੰਮੀ ਆਖਦੀ ਏ ਮੈਂ ਸੁਰਤੀ ਅਸਮਾਨ ਵਿੱਚ ਬੈਠੀ ਦੇਖੀ ਏ ਰੱਬ ਕੋਲ। ਉਹ ਬੁੱਢੀ ਏ, ਤੋਤਾ ਵੀ ਰੱਬ ਕੋਲ ਬੈਠਾ ਏ ਅਸਮਾਨ ਵਿੱਚ ਸੁਰਤੀ ਨਾਲ। ਪਾਪਾ ਤੂੰ ਬੁੱਢਾ ਹੋ ਗਿਆ ਏ ਨਾ? ਹਾਂ। ਤੇ ਤੂੰ ਹੋਰ ਵੀ ਬੁੱਢਾ ਹੋ ਜਾਏਗਾ? ਹਾਂ। ਸੁਰਤੀ ਵਾਂਗ? ਹਾਂ। ਫਿਰ ਤੂੰ ਵੀ ਰੱਬ ਕੋਲ ਚਲਾ ਜਾਵੇਂਗਾ, ਤੋਤੇ ਕੋਲ। ਮੈਂ ਉਸ ਨੂੰ ਘੁੱਟ ਕੇ ਫੜ ਲਿਆ ਤੇ ਸੀਨੇ ਨਾਲ ਲਾ ਕੇ ਆਖਿਆ, ਤੈਨੂੰ ਇਹੋ ਜਿਹੀਆਂ ਗੱਲਾਂ ਸੁੱਝਦੀਆਂ ਨੇ ਮੇਰੀ ਬੱਚੀ, ਮੇਰੀ ਲਾਡਲੀ ਸਹਿਜਾਦੀ? ਤੂੰ ਅਮਰੀਕਾ ਕਦੋਂ ਆਏਗਾ ਪਾਪਾ? ਮੈਂ ਸਮਝ ਗਿਆ ਕਿ ਬੱਚੇ ਅਮਰੀਕਾ ਜਾਣ ਦੀ ਤਿਆਰੀ ਕਰ ਰਹੇ ਸਨ। ਉਹ ਅਮਰੀਕਾ ਦੇ ਖ਼ੁਆਬ ਦੇਖ ਰਹੇ ਸਨ ਤੇ ਖੁਸ਼ ਸਨ। ਅਮਰੀਕਾ ਦੇ ਮਿਲਕ ਸ਼ੇਕ, ਆਈਸਕ੍ਰੀਮਾਂ, ਕਾਰਾਂ, ਝੀਲਾਂ, ਕਿਸ਼ਤੀਆਂ। ਮੈਂ ਥੋੜ੍ਹੀ ਦੇਰ ਚੁੱਪ ਰਿਹਾ। ਜੰਨਤ ਮੇਰੇ ਸੀਨੇ ਨਾਲ ਲੱਗੀ ਹੋਈ ਸੀ ਤੇ ਉਹ ਉਸ ਦੀ ਹਿਕੜੀ ਵਿੱਚ ਤੱਕ ਸੁਣ ਰਿਹਾ ਸਾਂ। ਇਉਂ ਲੱਗਿਆ ਜਿਵੇਂ ਇੱਕ ਨਿੱਕੀ ਜਿਹੀ ਘੁੱਗੀ ਹੋਵੇ। ਉਸ ਦੀ ਧੜਕਣ ਮੇਰੇ ਦਿਲ ਦੀ ਧੜਕਣ ਨਾਲ ਮਿਲ ਗਈ ਸੀ। ਉਹ ਮੂੰਹ ਮੇਰੇ ਮੋਢੇ ਉੱਤੇ ਰਗੜਦੀ ਹੋਈ ਲਾਡ ਵਿੱਚ ਮਸਤ ਸੀ। ਯਕਦਮ ਉਹ ਬੇਕਰਾਰ ਹੋ ਗਈ ਤੇ ਮੈਂ ਉਸ ਨੂੰ ਭੁੰਜੇ ਲਾ ਦਿੱਤਾ। ਜਿੰਨੀ ਚਰਚ ਤੋਂ ਮੁੜ ਆਈ ਸੀ। ਦੋਨੋਂ ਬੱਚੇ ਦੌੜ ਕੇ ਉਸ ਨੂੰ ਜਾ ਮਿਲੇ। ਧੰਨਵਾਦ। ਬਾਕੀ ਅਗਲੇ ਅੰਕ ਵਿੱਚ।